सुन चरखे दी मिठी मिठी कू माया मैनू याद आंदा सा रे गा रे सा ने दा ने सा रे गा रे सा जिंद जान तुसा तू घोली नी जिंद जान तुसा तू गोलिनी बाबुल जायो नी पर जायो रख लो मेरी डोलिनी जिंद जान तुसा तू गोलिनी। मैं मनु सिंह सितार वादक यंग जनरेशन ਨੂੰ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਚਾਹੂੰਗਾ ਕਿ ਉਹ ਆਪਣੀ ਇਸ ਵਿਰਾਸਤ ਦੇ ਨਾਲ ਸੰਗੀਤ ਦੀ ਵਿਰਾਸਤ ਨਾਲ ਜੁੜੇ ਰਹਿਣ ਕਿਉਂਕਿ ਇਹਦੇ ਵਿੱਚ ਸਿਰਫ ਤਪੱਸਿਆ ਔਰ ਸਿਮਰਨ ਹੀ ਨਹੀਂ ਹੈ। ਇੱਕ ਐਸੀ ਚੀਜ਼ ਹੈ ਕਿ ਜਿਹੜੇ ਸੰਸਾਰਿਕ ਸਾਡੇ ਕੰਮਕਾਜ ਉਹ ਵੀ ਮਸਲੇ ਹੱਲ ਹੁੰਦੇ ਨੇ। ਸਾਰੀ ਦੁਨੀਆ ਵਿਦੇਸ਼ਾਂ ਵਿੱਚ ਯਾਤਰਾ ਕਰਨ ਦਾ ਮੌਕਾ ਮਿਲਦਾ ਹੈ, ਤੁਹਾਨੂੰ ਬਾਹਰ ਜਾ ਕੇ ਦੁਨੀਆ ਦੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਔਰ ਇੱਕ ਪਿਆਰ ਭਰਿਆ ਸੰਦੇਸ਼ ਜਿਹੜਾ ਸਾਰੀ ਦੁਨੀਆ 'ਚ ਫੈਲਦਾ ਹੈ। ਤੇ ਇਸ ਤਰ੍ਹਾਂ ਦੀ ਕਲਾ ਦੇਖੋ ਇੰਨੇ ਦੁਨੀਆ 'ਚ ਦੇਸ਼ ਹੈ ਲੇਕਿਨ ਭਾਰਤ ਜਿਹੜਾ ਸਾਡਾ ਦੇਸ਼ ਹੈ ਇਹਦੇ ਵਿੱਚ ਜਿਹੜੀ ਰਾਗ ਵਿਦਿਆ ਹੈ ਇਹ ਇੱਕ ਅਨੋਖੀ ਚੀਜ਼ ਹੈ, ਇਹ ਕਿਤੇ ਵੀ ਦੁਨੀਆ 'ਚ ਨਹੀਂ ਮਿਲਦੀ ਹੈ ਤੇ ਸਾਨੂੰ ਇਸ ਚੀਜ਼ ਨਾਲ ਜੁੜਨਾ ਚਾਹੀਦਾ ਔਰ ਸਾਰੇ ਵਿਸ਼ਵ ਦੇ ਵਿੱਚ ਆਪਣਾ ਪ੍ਰੇਮ ਦਾ ਔਰ ਭਾਈਚਾਰੇ ਦਾ ਸੰਦੇਸ਼ ਲੈ ਕੇ ਜਾਣਾ ਚਾਹੀਦਾ। ਇਸ ਕਰਕੇ ਇਸ ਕਲਾ ਦੇ ਨਾਲ ਜ਼ਰੂਰ ਜੁੜੋ, ਸੰਗੀਤ ਨਾਲ ਪ੍ਰੇਮ ਕਰੋ ਔਰ ਦੁਨੀਆ 'ਚ ਵਿਚਰੋ। ਗੁਗਲੀ ਐਂਟਰਟੇਨਮੈਂਟ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਆ। ਅੱਜ ਐਪੀਸੋਡ 41 ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਪ੍ਰਸਿੱਧ ਸਿਤਾਰ ਵਾਦਕ ਮਨੂ ਸਿੰਘ ਜੀ ਦੇ ਨਾਲ। ਮਨੂ ਸਿੰਘ ਜੀ ਜਿੱਥੇ ਪ੍ਰਸਿੱਧ ਸਿਤਾਰ ਵਾਦਕ ਨੇ ਉਹਦੇ ਨਾਲ ਨਾਲ ਹੀ ਆਕਾਸ਼ਵਾਣੀ ਦੇ ਟੌਪ ਗ੍ਰੇਡ ਆਰਟਿਸਟ ਵੀ ਨੇ ਔਰ ਕਈ ਮਹਿਫਲਾਂ ਦੇ ਵਿੱਚ ਇਹ ਆਪਣੀ ਹਾਜ਼ਰੀ ਲਵਾ ਚੁੱਕੇ ਆ ਔਰ ਬਹੁਤ ਸਾਰੇ ਲੋਕ ਜਿਹੜੇ ਆ ਇਹਨਾਂ ਦੀ ਕਲਾ ਦੇ ਦੀਵਾਨੇ ਆ। ਆਓ ਗੱਲਬਾਤ ਕਰਦੇ ਆ ਮਨੂ ਸਿੰਘ ਜੀ ਦੇ ਨਾਲ। ਜੀ ਨਮਸਕਾਰ ਜੀ, ਰਮੇਸ਼ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੇ ਗੁਗਲੀ ਚੈਨਲ 'ਤੇ ਬੁਲਾਉਣ ਲਈ, ਇੰਟਰਵਿਊ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਮਨੂ ਸਿੰਘ ਜੀ, ਸਭ ਤੋਂ ਪਹਿਲਾਂ ਇਹ ਗੱਲ ਕਿ ਕਲਾ ਦੇ ਖੇਤਰ ਦੇ ਨਾਲ ਜੁੜਨ ਦਾ ਸਬੱਬ ਕਿਵੇਂ ਬਣਿਆ? ਮੇਰਾ ਜਿਹੜਾ ਜਨਮ ਹੈ ਉਹੀ ਇੱਕ ਸੰਗੀਤਕ ਪਰਿਵਾਰ ਦੇ ਵਿੱਚ ਹੋਇਆ। ਮੇਰੇ ਪਿਤਾ ਜੀ ਸੰਗੀਤ ਆਚਾਰਿਆ ਲਛਮਣ ਸਿੰਘ ਜੀ ਉਹ ਪੰਜਾਬ ਘਰਾਣੇ ਨਾਲ ਬਿਲੋਂਗ ਕਰਦੇ ਆ ਔਰ ਇੱਕ ਮਸ਼ਹੂਰ ਤਬਲਾ ਵਾਦਕ ਹੋਏ ਜਿਨ੍ਹਾਂ ਦਾ ਕਿ ਲਾਹੌਰ ਦੇ ਮਹਾਨ ਉਸਤਾਦ ਮੀਆਂ ਕਾਦਰ ਬਖਸ਼ ਜੀ ਤੋਂ ਉਹਨਾਂ ਦੀ ਤਾਲੀਮ ਹੋਈ ਔਰ ਪੰਜਾਬ ਘਰਾਣੇ ਦੇ ਉਹ ਮੁਖੀ ਨੇ। ਅਤੇ ਮੇਰਾ ਜਨਮ ਹੀ ਇੱਕ ਐਸੇ ਪਰਿਵਾਰ ਦੇ ਵਿੱਚ ਹੋਇਆ ਕਿ ਜਿੱਥੇ ਹਰ ਵੇਲੇ ਸੰਗੀਤ ਦੀਆਂ ਧੁਨਾਂ ਜਿਹੜੀਆਂ ਉਹ ਵੱਜਦੀਆਂ ਰਹਿੰਦੀਆਂ ਸੀ ਅਤੇ ਇਸ ਕਰਕੇ ਮੇਰਾ ਸੰਗੀਤ ਦੇ ਨਾਲ ਜੁੜਾਵ ਹੋਣਾ ਸੁਭਾਵਿਕ ਹੀ ਸੀ। ਮੁੱਢਲੇ ਉਸਤਾਦ ਕੌਣ ਸੀਗੇ ਤੁਹਾਡੇ? ਮੇਰੇ ਪਿਤਾ ਜੀ ਸੰਗੀਤ ਆਚਾਰਿਆ ਲਛਮਣ ਸਿੰਘ ਉਹਨਾਂ ਕੋਲੋਂ ਪਹਿਲੇ ਮੈਂ ਤਬਲੇ ਦੀ ਤਾਲੀਮ ਲਈ, ਫਿਰ ਗਾਣੇ ਦੀ ਔਰ ਬਾਅਦ ਵਿੱਚ ਸਿਤਾਰ ਦੀ। ਸਿਤਾਰ ਵਾਦਨ ਦੇ ਤੌਰ ਦੇ ਉੱਤੇ ਦੁਨੀਆ ਭਰ ਦੇ ਵਿੱਚ ਮਕਬੂਲ ਹੋਣਾ, ਵੱਡੀ ਪ੍ਰਸਿੱਧੀ ਪੱਲੇ ਪੈਣੀ, ਅਤੇ ਤੁਸੀਂ ਅੱਗੇ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਰੱਖਿਆ ਹੈ ਕਿ ਜਿਸ ਤਰ੍ਹਾਂ ਨਵੇਂ ਵਿਦਿਆਰਥੀ ਤੁਹਾਡੇ ਕੋਲ ਆਉਣ ਉਹ ਸਿੱਖ ਕੇ ਜਿਹੜਾ ਵਾ ਆਪਣੀ ਕਲਾ ਦਾ ਮੁਜ਼ਾਹਰਾ ਜਿਹੜਾ ਵਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਰਨ? ਹਾਂਜੀ, ਉਸ ਤਰ੍ਹਾਂ ਦਾ ਵੀ ਇੱਕ ਸੰਗੀਤ ਅਦਾਰਾ ਬਣਾਇਆ ਹੋਇਆ ਸੰਗੀਤ ਵਿਲਾਸ ਕਰਕੇ, ਜਿਹਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਸਿੱਖਣ ਆਉਂਦੇ, ਟ੍ਰੇਨਿੰਗ ਲੈਂਦੇ ਆ ਔਰ ਉਹਨਾਂ ਵਿੱਚੋਂ ਜਿਹੜੇ ਕੁਝ ਬੱਚੇ ਆ ਕਾਲਜ ਦੇ ਵਿੱਚ ਕੰਮ ਕਰ ਰਹੇ ਐਜ਼ ਏ ਲੈਕਚਰਰ, ਕੁਝ ਯੂਨੀਵਰਸਿਟੀਜ਼ ਵਿੱਚ ਹੈ ਪ੍ਰੋਫੈਸਰ ਦੇ ਤੌਰ 'ਤੇ ਔਰ ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਉਹ
ਆਪਣੇ ਪ੍ਰੋਗਰਾਮ ਕਰਦੇ ਆ। ਤੇ ਮੈਂ ਜਿਸ ਤਰ੍ਹਾਂ ਮੇਰਾ ਜਾਣਾ ਹੁੰਦਾ ਬਾਹਰ ਇੰਗਲੈਂਡ, ਅਮਰੀਕਾ, ਕੈਨੇਡਾ ਵਗੈਰਾ ਵੀ, ਤੇ ਉੱਥੇ ਵੀ ਬੱਚਿਆਂ ਨੂੰ ਤਾਲੀਮ ਦਿੰਦੇ ਆ। ਤੇ ਇਸ ਤਰ੍ਹਾਂ ਮਤਲਬ ਇੱਕ ਤੁਸੀਂ ਮੋਟੇ ਤੌਰ ਤੇ ਕਹਿ ਸਕਦੇ ਕਿ ਜਿਹੜੇ ਬੱਚਿਆਂ ਨੂੰ ਸਿੱਖਿਆ ਮਿਲਦੀ ਹੈ ਉਹ ਸੰਗੀਤ ਦੇ ਆਪਣੇ ਪ੍ਰਚਾਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਸਾਰੇ। ਸਿੱਖਿਆ ਜਿਹੜੀ ਆ ਤੁਸੀਂ ਜਿਸ ਤਰ੍ਹਾਂ ਇਹ ਤੇ ਹੋ ਗਈ ਸਿਤਾਰ ਵਾਦਨ ਦੀ, ਤਬਲਾ ਵਾਦਕ ਵਜੋਂ ਜਿਹੜੀ ਹੈ ਸਿੱਖਿਆ ਲੈਣੀ, ਵੈਸੇ ਸਿੱਖਿਆ ਜਿਹੜੀ ਆ ਉਹ ਕਿੱਥੋਂ ਲਈ? ਹਾਂਜੀ, ਵੈਸੇ ਜਿਹੜੀ ਮੇਰੀ ਬਚਪਨ ਤੋਂ ਹੀ ਸਕੂਲਿੰਗ ਹੈ, ਮੈਂ ਤੁਹਾਨੂੰ ਸ਼ਾਰਟ 'ਚ ਦੱਸ ਦਿੰਦਾ। ਇੱਕ ਸ਼ਾਸਤਰੀ ਮਠ ਸਕੂਲ ਸੀ ਜਿੱਥੇ ਮੇਰੀ ਪ੍ਰਾਇਮਰੀ ਐਜੂਕੇਸ਼ਨ ਹੋਈ। ਉਸ ਤੋਂ ਬਾਅਦ ਸਾਇੰਸ ਦਾ ਸਕੂਲ ਦੇ ਵਿੱਚ ਜਲੰਧਰ ਦੇ ਵਿੱਚ ਮੇਰੀ ਬਾਅਦ ਦੀ ਹਾਇਰ ਸੈਕੰਡਰੀ ਤੱਕ ਐਜੂਕੇਸ਼ਨ ਹੋਈ। ਫਿਰ ਜਿਹੜੀ ਗ੍ਰੈਜੂਏਸ਼ਨ ਹੈ ਮੇਰੀ ਉਹ ਦੁਆਬਾ ਕਾਲਜ ਜਲੰਧਰ ਤੋਂ ਹੋਈ। ਫਿਰ ਪੋਸਟ ਗ੍ਰੈਜੂਏਸ਼ਨ ਮੈਂ ਪਹਿਲੇ ਐਮਏ ਇੰਗਲਿਸ਼ ਕੀਤਾ, ਉਹ ਡੀਏਵੀ ਜਲੰਧਰ ਤੋਂ ਕੀਤਾ। ਉਸ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮੈਂ ਐਮਏ ਮਿਊਜ਼ਿਕ ਵਿਦ 골ਡ ਮੈਡਲ ਇਹ 1990 ਦੇ ਵਿੱਚ 1990 'ਚ ਮੈਂ ਕੰਪਲੀਟ ਕੀਤੀ ਸੀ। ਤੋਂ ਇਸ ਤਰ੍ਹਾਂ ਮੇਰੀ ਐਜੂਕੇਸ਼ਨ ਹੋਈ। ਬਹੁਤ ਵਧੀਆ ਗੱਲ ਜੀ ਕਿ ਤੁਸੀਂ 골ਡ ਮੈਡਲ ਵਿਜੇਤਾ ਹੋਏ ਹੋ, ਔਰ ਉਹ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਬੜੇ ਮਾਣ ਤੇ ਫਖਰ ਦੀ ਗੱਲ ਆ, ਕਿਉਂਕਿ ਜਿਹੜੀ ਤਾਲੀਮ ਆ ਇਹ ਬੜੀ ਤਪੱਸਿਆ ਤੇ ਲਗਨ ਦੇ ਨਾਲ ਹੀ ਜਿਹੜੀ ਹਾਸਲ ਕੀਤੀ ਜਾਂਦੀ ਆ, ਉਹ ਤੁਸੀਂ ਕਰਕੇ ਵਿਖਾਈ ਆ। ਤੇ ਮੇਰਾ ਅਗਲਾ ਸਵਾਲ ਇਹ ਹੋਏਗਾ ਕਿ ਤੁਸੀਂ ਆਕਾਸ਼ਵਾਣੀ ਦੇ ਨਾਲ ਕਿਹੜੇ ਸੰਨ ਤੋਂ ਜੁੜੇ ਹੋ? ਹਾਂਜੀ, ਉਸ ਤਰ੍ਹਾਂ ਤੇ ਉਸ ਅਦਾਰੇ ਨਾਲ ਬਚਪਨ ਤੋਂ ਹੀ ਜੁੜੇ ਹਾਂ ਅਸੀਂ, ਕਿਉਂਕਿ ਪਹਿਲੇ ਅਸੀਂ ਐਜ਼ ਏ ਚਾਈਲਡ ਆਰਟਿਸਟ ਉਸ ਤਰ੍ਹਾਂ ਜਾਂਦੇ ਰਹੇ। ਫਿਰ ਯੁਵਾਨੀ ਪ੍ਰੋਗਰਾਮ ਹੁੰਦਾ ਸੀ, ਉਹਦੇ 'ਚ ਵੀ ਸਿਤਾਰ ਵਾਦਨ ਕਰਦਾ ਰਿਹਾ ਮੈਂ ਬਾਅਦ 'ਚ। ਫਿਰ 1992 ਵਿੱਚ ਮੈਂ ਉਸੇ ਐਜ਼ ਏ ਸਿਤਾਰ ਵਾਦਕ ਦੇ ਡੈਜ਼ਿਗਨੇਸ਼ਨ ਦੇ ਇੱਕ EMPLOYEE ਦੇ ਤੌਰ ਤੇ ਤੁਸੀਂ ਕਹੋ ਕਿ ਮੈਂ ਆਲ ਇੰਡੀਆ ਰੇਡੀਓ ਦੇ ਵਿੱਚ ਆਲ ਇੰਡੀਆ ਰੇਡੀਓ ਜੁਆਇਨ ਕੀਤਾ 1992 ਵਿੱਚ, ਜਿਹੜਾ ਕਿ ਅੱਜ ਤੱਕ ਵੀ ਚੱਲ ਰਿਹਾ ਹੈ। ਉਹ ਸਫ਼ਰ ਲਗਭਗ 30 ਸਾਲ ਦੇ ਕਰੀਬ ਹੋ ਜਾਣੇ ਦਸੰਬਰ 'ਚ ਮੈਨੂੰ ਜੀ ਆਲ ਇੰਡੀਆ ਰੇਡੀਓ। ਜਿਸ ਤਰ੍ਹਾਂ ਨਵੇਂ ਵਿਦਿਆਰਥੀ ਆ ਯੂਨੀਵਰਸਿਟੀਆਂ, ਕਾਲਜਾਂ ਦੇ ਜਿਹੜੇ ਸਿਤਾਰ ਦੇ ਨਾਲ ਜੁੜੇ ਆ ਜਾਂ ਹੋਰ ਤਬਲੇ ਦੇ ਨਾਲ ਜੁੜੇ ਆ, ਕੋਈ ਉਹਨਾਂ ਵਾਸਤੇ ਰਾਹ ਦੱਸੋ ਕਿ ਉਹ ਕਿਸ ਤਰ੍ਹਾਂ ਦੂਰਦਰਸ਼ਨ 'ਤੇ ਜਾਂ ਆਕਾਸ਼ਵਾਣੀ ਚੈਨਲ ਦੇ ਉੱਤੇ ਜਿਹੜਾ ਜਾ ਕੇ ਆਪਣਾ ਪ੍ਰੋਗਰਾਮ ਕਰ ਸਕਦੇ ਆ। ਕਿਉਂਕਿ ਕਈ ਵਿਦਿਆਰਥੀਆਂ ਦੀ ਖਾਸ਼ ਹੁੰਦੀ ਆ ਕਿ ਅਸੀਂ ਵੀ ਕਾਮਯਾਬ ਹੋਈਏ, ਅਤੇ ਇਸ ਤਰ੍ਹਾਂ ਰਾਹ ਨਹੀਂ ਕਈਆਂ ਨੂੰ ਲੱਭਦਾ। ਉਹ ਰਾਹ ਜਿਹੜਾ ਵਾ ਉਹ ਜ਼ਰੂਰ ਜਿਹੜਾ ਉਹ ਦੱਸੋ। ਦੇਖੋ, ਜਿਹੜਾ ਰਾਹ ਤੇ ਇਸ ਤਰ੍ਹਾਂ ਹੁੰਦਾ ਕਿ ਪਹਿਲੇ ਤਾਲੀਮ ਲੈਣੀ ਚਾਹੀਦੀ, ਸਿੱਖਿਆ ਲੈਣੀ ਚਾਹੀਦੀ ਹੈ, ਉੱਥੋਂ ਹੀ ਰਾਹ ਜਿਹੜਾ ਉਹ ਬਣਦਾ ਹੈ। ਜਦੋਂ ਤੁਸੀਂ ਕੁਝ ਸਿਤਾਰ 'ਤੇ ਜਾਂ ਕਿਸੇ ਵੀ ਇਨਸਟਰੂਮੈਂਟ 'ਤੇ ਕੁਝ ਵਜਾਉਣਾ ਸਿੱਖ ਲੈਂਦੇ ਹੋ, ਤੇ ਉਹਨੂੰ ਫਿਰ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਅਦਾਰੇ 'ਚ, ਜਿਸ ਤਰ੍ਹਾਂ ਦੂਰਦਰਸ਼ਨ ਹੈ ਜਾਂ ਆਕਾਸ਼ਵਾਣੀ ਹੈ ਜਾਂ ਹੋਰ ਵੀ ਅੱਜ ਕੱਲ੍ਹ ਤੇ ਬਹੁਤ ਸਾਰੇ ਚੈਨਲ ਵੀ ਆ ਗਏ ਪ੍ਰਾਈਵੇਟ, ਤੇ ਉਹਨਾਂ 'ਤੇ ਆਪਣੀ ਕਲਾ ਦਾ ਮੁਜ਼ਾਹਰਾ ਕਰ ਸਕਦੇ ਹੋ, ਆਪਣੀ ਕਲਾ ਪੇਸ਼ ਕਰ ਸਕਦੇ। ਲੇਕਿਨ ਪਹਿਲੇ ਤਾਲੀਮ ਹੋਣੀ ਜ਼ਰੂਰੀ ਹੈ, ਤੇ ਉਹ ਅਸੀਂ ਬੱਚਿਆਂ ਨੂੰ ਦਿੰਦੇ ਹਾਂ। ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਕੋਲ ਦੋ ਬੱਚੇ ਸਿੱਖਣ ਆਏ ਸੀ ਸਿਤਾਰ, ਛੋਟੀ ਉਮਰ ਦੇ ਸੀ, 10 ਸਾਲ ਦੇ ਕਰੀਬ ਸੀ। ਤੇ ਪਹਿਲੇ ਜਦੋਂ ਮੇਰੇ ਕੋਲ ਉਹ ਆਏ ਤੇ ਉਹਨਾਂ ਨੇ ਸਿਤਾਰ ਜਦੋਂ ਦੋਨੋਂ ਬੱਚਿਆਂ ਨੂੰ ਲੈ ਕੇ ਆਏ, ਤਾਂ ਉਹਨਾਂ ਸਿਤਾਰਾਂ ਦੇ ਪਿੱਛੇ ਜਿਨ੍ਹਾਂ ਕੋਲ ਪਹਿਲੇ ਸਿੱਖਦੇ ਸੀ ਕਿਸੇ ਟੀਚਰ ਕੋਲੋਂ, ਤੇ ਉਹ ਪੇਂਟ ਦੇ ਨਾਲ ਸਾਰੇ ਗਾਮਾ ਪਾ ਦਾ ਨੀ ਸਾ ਸਿਤਾਰ ਦੇ ਪਿੱਛੇ ਲਿਖਿਆ ਹੁੰਦਾ ਸੀ। ਤਾਂ ਮੈਂ ਕਿਹਾ ਇਹ ਕਿਉਂ ਲਿਖਿਆ? ਉਹ ਕਹਿੰਦੇ ਉਸ ਤਰ੍ਹਾਂ ਸੁਰਾਂ ਦਾ ਪਤਾ ਨਹੀਂ ਚੱਲਦਾ, ਤੇ ਅਸੀਂ ਨਾ ਪਿੱਛੇ ਸਿਤਾਰ ਦੇ ਸਾਰੇ ਗਾਮਾ ਪਾ ਦਾ ਲਿਖ ਲਿਆ, ਤੇ ਇੱਧਰੋਂ ਅਸੀਂ ਦੇਖਦੇ ਰਹਿੰਦੇ ਤੇ ਇਹਨੂੰ ਵਜਾਉਂਦੇ ਰਹਿੰਦੇ ਹਾਂ। ਤੇ ਮੈਂ ਕਿਹਾ ਚਲੋ ਉਹ ਤਾਂ ਠੀਕ ਹੈ ਇੱਕ, ਪਰ ਮੈਂ ਕਿਹਾ ਅਸੀਂ ਇਸ ਸਟੇਜ ਤੋਂ ਹੁਣ ਅੱਗੇ ਚੱਲਣਾ ਹੈ, ਕਿਉਂਕਿ ਇਸ ਤਰ੍ਹਾਂ ਅਸੀਂ ਕਲਾਕਾਰ ਨਹੀਂ ਬਣ ਪਾਉਂਗੇ ਜੇ ਅਗਰ ਅਸੀਂ ਇਸ ਤਰੀਕੇ ਨਾਲ ਸਿੱਖਾਂਗੇ ਤਾਂ। ਕਿਉਂਕਿ ਉਹ ਅਸੀਂ ਸਿਰਫ ਉਹ ਇੱਕ ਮਕੈਨੀਕਲ ਜਿਹਾ ਕੰਮ ਜਿੱਦਾਂ ਹੁੰਦਾ ਕਿ ਅਸੀਂ ਸਿੱਖ ਰਹੇ ਹਾਂ, ਮਗਰ ਕਲਾ ਵਾਸਤੇ ਤੇ ਮੈਂ ਕਿਹਾ ਅੱਖਾਂ ਬੰਦ ਕਰਨੀਆਂ ਪੈ ਜਾਂਦੀਆਂ, ਤੇ ਫਿਰ ਅਸੀਂ ਸਿਤਾਰ ਕਿੱਦਾਂ ਵਜਾਉਂਗੇ ਇਹ ਜੇ ਦੇਖਦੇ ਹੀ ਰਹੇ ਸੁਰਾਂ ਨੂੰ ਇਸ ਤਰ੍ਹਾਂ। ਤੇ ਸੁਰਾਂ ਦੇ ਨਾਲ ਅੰਦਰ ਦਾ ਕਨੈਕਸ਼ਨ ਜੁੜਨਾ ਚਾਹੀਦਾ ਤਾਂ ਕਿ ਉਹ ਸਾਨੂੰ ਉਸ ਤਰੀਕੇ ਨਾਲ ਨਜ਼ਰ ਆਉਣ। ਤੇ ਤੁਸੀਂ ਖੁਸ਼ ਹੋਵੋਗੇ ਸੁਣ ਕੇ ਕਿ ਵਿਦਿਨ 1 ਈਅਰ ਉਹ ਜਦੋਂ ਮੈਂ ਉਹਨਾਂ ਨੂੰ ਸਿਖਾਇਆ, ਤੇ ਉਹਨਾਂ ਦਾ ਫਿਰ ਟੀਵੀ ਦੇ ਪ੍ਰੋਗਰਾਮ ਹੋਇਆ ਦੋਨਾਂ ਬੱਚਿਆਂ ਦਾ, ਔਰ ਦੋਨੋਂ ਅੱਖਾਂ ਬੰਦ ਕਰਕੇ ਉਹ ਬੱਚੇ ਵਿੱਚ ਵਜਾਉਂਦੇ ਸੀ ਸਿਤਾਰ, ਤੇ ਉਹਨਾਂ ਦੇ ਘਰ ਦੇ ਵੀ ਔਰ ਜਿਨ੍ਹਾਂ ਲੋਕਾਂ ਨੇ ਵੀ ਉਹ ਪ੍ਰੋਗਰਾਮ ਦੇਖਿਆ ਉਹ ਬੜੇ ਖੁਸ਼ ਹੋਏ, ਔਰ ਦੂਰਦਰਸ਼ਨ ਵਾਲੇ ਵੀ ਬੜੇ ਖੁਸ਼। ਇਸ ਤਰ੍ਹਾਂ ਹੀ ਆਕਾਸ਼ਵਾਣੀ 'ਤੇ ਵੀ ਉਹਨਾਂ ਬੱਚਿਆਂ ਦਾ ਪ੍ਰੋਗਰਾਮ ਹੋਇਆ, ਤੇ ਤੁਸੀਂ ਦੇਖੋ ਕਿ ਵਿਦਿਨ 1 ਈਅਰ ਹੀ ਉਹਨਾਂ ਦੀ ਇੰਨੀ ਪ੍ਰੋਗਰੈਸ ਸੀਗੀ ਕਿ ਉਹ ਬੱਚੇ ਰੇਡੀਓ ਟੀਵੀ 'ਤੇ ਜਾ ਕੇ ਗਾਣਾ ਵਜਾਉਣਾ, ਫਿਰ ਉਹਨਾਂ ਨੇ ਮਹਿਫਲਾਂ 'ਤੇ ਵੀ ਵਜਾਇਆ, ਲੋਕਾਂ ਦੇ ਵਿੱਚ ਵੀ ਸਿਤਾਰ ਵਾਦਨ ਕੀਤਾ। ਤੋ ਇਸ ਤਰ੍ਹਾਂ ਮਿਹਨਤ ਪਹਿਲੇ ਤਾਂ ਸਿੱਖਣਾ ਪੈਂਦਾ, ਫਿਰ ਥੋੜ੍ਹੀ ਮਿਹਨਤ ਕਰਨੀ ਪੈਂਦੀ, ਫਿਰ ਤੁਹਾਡੇ ਵਾਸਤੇ ਰਸਤੇ ਖੁੱਲ੍ਹ ਜਾਂਦੇ, ਤੁਸੀਂ ਕਿਤੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦੇ। ਤੁਸੀਂ ਆਪਣੇ ਉਸਤਾਦ ਗੁਰੂ ਪਿਤਾ ਜੀ ਦੇ ਬਾਰੇ ਗੱਲਬਾਤ ਕੀਤੀ ਕਿ ਮੈਂ ਉਹਨਾਂ ਦੀ ਸ਼ਾਗਿਰਦੀ ਕੀਤੀ ਆ। ਅਸੀਂ ਤਾਂ ਉਹਨਾਂ ਨੂੰ ਨਹੀਂ ਵੇਖਿਆ, ਬਟ ਉਹਨਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਤੁਹਾਨੂੰ ਜ਼ਰੂਰ ਯਾਦ ਹੋਣਗੀਆਂ। ਉਹਨਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਜਿਹੜਾ ਵਾ ਉਹ ਜ਼ਰੂਰ ਜਿਹੜਾ ਵਾ ਉਹ ਸਾਂਝਾ ਕਰੋ। ਹਾਂਜੀ, ਮੈਂ ਬਹੁਤ ਸੁਭਾਗਸ਼ਾਲੀ ਰਿਹਾ। ਇੱਕ ਤਾਂ ਮੈਂ ਆਪਣੇ ਪਿਤਾ ਜੀ ਕੋਲੋਂ ਪਹਿਲੇ ਤਾਲੀਮ ਹੋਈ ਮੇਰੀ, ਫਿਰ ਉਸ ਤੋਂ ਬਾਅਦ ਮੈਂ ਉਸਤਾਦ ਸ਼ਾਹਿਦ ਪਰਵੇਜ਼ ਖਾਨ ਸਾਹਿਬ ਕੋਲ ਵੀ ਸਿੱਖਿਆ ਪੁਣੇ ਜਾ ਕੇ ਉਹਨਾਂ ਤੋਂ। ਇਹ ਦੋਨੋਂ ਹੀ ਮਹਾਨ ਉਸਤਾਦ ਅੱਜ ਦੀ ਡੇਟ 'ਚ ਸਾਡੇ ਕੋਲ ਨੇ। ਸਾਡੇ ਪਿਤਾ ਜੀ ਪੰਜਾਬ 'ਚ ਇਸ ਲਈ 96 ਸਾਲ ਦੀ ਮਤਲਬ ਉਮਰ ਦੇ ਵਿੱਚ ਹਜੇ ਹੈਗਾ ਸਾਡੇ ਵਿੱਚ ਸਾਰਿਆਂ 'ਚ ਵਿਰਾਜਮਾਨ ਨੇ। ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਵੀ ਪੁਰਸਕਾਰ ਮਿਲਿਆ, ਜਿੱਦਾਂ ਸੰਗੀਤ ਨਾਟਕ ਅਕੈਡਮੀ ਦਾ ਨੈਸ਼ਨਲ ਅਵਾਰਡ ਮਿਲਿਆ, ਜਿਹੜੇ ਕਿ ਭਾਰਤ ਦੇ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਜੀ ਨੇ
ਉਹਨਾਂ ਨੂੰ ਦਿੱਤਾ ਸੀ। ਇਸ ਤੋਂ ਇਲਾਵਾ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ 60s ਦੇ ਵਿੱਚ ਉਹਨਾਂ ਨੇ ਜਦੋਂ ਕੋਲਕਾਤਾ ਦੇ ਵਿੱਚ ਤਬਲਾ ਵਾਦਨ ਕੀਤਾ ਤੇ ਉਹਨਾਂ ਦਾ ਤਬਲਾ ਵਾਦਨ ਸੁਣ ਕੇ ਉੱਥੇ ਦੀ ਹਜ਼ਾਰਾਂ ਜਿਹੜੀ ਆਡੀਅנס ਸੀ ਉਹਨਾਂ ਨੇ ਜੀਓ ਪੰਜਾਬ ਦੇ ਨਾਅਰੇ ਲਾਏ ਸੀ, ਕਿਉਂਕਿ ਪੰਜਾਬ ਘਰਾਣੇ ਦਾ ਜਿਹੜਾ ਉਹਨਾਂ ਕੋਲ ਸਟਾਈਲ ਹੈ ਉਹ ਬੜਾ ਯੂਨੀਕ ਹੈ। ਤੇ ਫਿਰ ਉੱਥੇ ਉਸ ਵੇਲੇ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਰਾਧਾ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਅਵਾਰਡ ਦੇ ਨਾਲ। ਤੋ ਇੰਨਾ ਮੈਂ ਸ਼ਾਰਟ 'ਚ ਦੱਸ ਰਿਹਾ। ਇਸ ਤੋਂ ਇਲਾਵਾ ਉਹਨਾਂ ਨੂੰ ਅਨੇਕਾਂ ਹੀ ਹੋਰ ਅਵਾਰਡ ਮਿਲੇ ਬਹੁਤ ਸਾਰੀਆਂ ਸੰਸਥਾਵਾਂ ਤੋਂ, ਤੇ ਅਨੇਕਾਂ ਹੀ ਉਹਨਾਂ ਦੇ ਸ਼ਾਗਿਰਦ ਨੇ ਜਿਹੜੇ ਕਿ ਟੌਪ ਗ੍ਰੇਡ ਔਰ ਏ ਗ੍ਰੇਡ ਆਰਟਿਸਟ ਨੇ, ਸਾਰੇ ਮਤਲਬ ਸੰਸਾਰ ਭਰ 'ਚ ਹੋਰ ਕੰਟਰੀਜ਼ ਦੇ ਵਿੱਚ ਵੀ ਬਹੁਤ ਵਧੀਆ। ਤੇ ਉਹਨਾਂ ਦਾ ਬਹੁਤ ਇੱਕ ਵੱਡਾ ਯੋਗਦਾਨ ਹੈ ਸੰਗੀਤ ਦੇ ਖੇਤਰ 'ਚ। ਇਸ ਤਰ੍ਹਾਂ ਹੀ ਜਿਹੜੇ ਮੇਰੇ ਦੂਸਰੇ ਉਸਤਾਦ ਜਿਨ੍ਹਾਂ ਕੋਲ ਬਾਅਦ ਵਿੱਚ ਮੈਂ ਪੁਣੇ ਸਿੱਖਣ ਗਿਆ, ਉਸਤਾਦ ਸ਼ਾਹਿਬ ਪਰਵੇਜ਼ ਜੀ ਕੋਲ, ਉਹਨਾਂ ਨੂੰ ਵੀ ਬਹੁਤ ਅਨੇਕਾਂ ਅਵਾਰਡ ਮਿਲੇ ਹੈ ਭਾਰਤ ਦੀਆਂ ਸਾਰੀਆਂ ਮੇਨ ਸੰਸਥਾਵਾਂ ਨਾਲ। ਇਸ ਤੋਂ ਇਲਾਵਾ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਇੰਡੀਅਨ ਗਵਰਨਮੈਂਟ ਨੇ ਦਿੱਤਾ ਹੋਇਆ। ਤੇ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਮਹਾਨ ਹਸਤੀਆਂ ਜਿਹੜੀਆਂ ਇਹਨਾਂ ਦੇ ਚਰਨਾਂ 'ਚ ਬੈਠ ਕੇ ਵੀ ਤਾਲੀਮ ਸਿੱਖਣ ਦਾ ਮੌਕਾ ਮਿਲਿਆ। ਵੱਡੀਆਂ ਪ੍ਰਾਪਤੀਆਂ ਜਿਹੜੀਆਂ ਵਾ ਉਹ ਸਾਹਮਣੇ ਆਈਆਂ ਨਿਕਲ ਕੇ, ਔਰ ਇਹੋ ਜਿਹੇ ਗੁਰੂਆਂ ਨੂੰ ਦਿਲੋਂ ਨਤਮਸਤਕ ਹਾਂ ਅਸੀਂ ਔਰ ਹਮੇਸ਼ਾ ਹੀ ਰਹਾਂਗੇ। ਤੇ ਇਹਦੇ ਨਾਲ ਹੀ ਕੀ ਕਹਿੰਦੇ ਹੁੰਦੇ ਕਿ ਗੁਰੂ ਜਿਨ੍ਹਾਂ ਦੇ ਟੱਪਣੇ ਦੇ ਚੇਲੇ ਜਾਣ ਛੜੱਪ। ਹੁਣ ਗੱਲ ਆ ਗਈ ਤੁਹਾਡੇ ਤੇ। ਹੁਣ ਤੁਸੀਂ ਜਿਹੜੀ ਆ ਸੰਗੀਤ ਦੇ ਵਿੱਚ ਸੰਗੀਤ ਦੀਆਂ ਪੇਸ਼ਕਾਰੀਆਂ ਦੇ ਦਰਮਿਆਨ ਕਿਹੋ ਜਿਹੇ ਮਾਰ ਕੇ ਮਾਰੇ ਔਰ ਕਿੱਥੋਂ ਤੱਕ ਜਿਹੜਾ ਇਹ ਸਫ਼ਰ ਜਿਹੜਾ ਵਾ ਤੁਸੀਂ ਹਾਸਲ ਕੀਤਾ? ਦੇਖੋ ਜੀ, ਇੱਕ ਤੇ ਸਫ਼ਰ ਸੰਗੀਤ ਦਾ ਬਹੁਤ ਹੀ ਵਿਸ਼ਾਲ ਸਫ਼ਰ ਹੈ। ਇਹ ਤੇ ਧੰਨ ਹੈ ਸਾਡੇ ਗੁਰੂ ਔਰ ਉਸਤਾਦ ਜੀ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਹ ਚੀਜ਼ਾਂ ਪ੍ਰਾਪਤ ਕੀਤੀਆਂ। ਅਦਰਵਾਈਜ਼ ਤੇ ਕਈ ਜਨਮ ਵੀ ਲੱਗ ਸਕਦੇ ਇਹ 'ਚ ਛੋਟੀ ਜਿਹੀ ਪ੍ਰਾਪਤੀ ਕਰਨ ਵਾਸਤੇ ਵੀ, ਕਿਉਂਕਿ ਇਹ ਸਬਜੈਕਟ ਹੀ ਐਸਾ ਹੈ। ਮਗਰ ਫਿਰ ਵੀ ਚਲੋ ਅਸੀਂ ਆਪਣੇ ਵੱਲੋਂ ਯਤਨ ਕਰਦੇ ਰਹਿੰਦੇ ਹਾਂ, ਅਲੱਗ-ਅਲੱਗ ਜਗ੍ਹਾ 'ਤੇ ਜਾਂਦੇ ਹਾਂ, ਪਰਫਾਰਮ ਕਰਦੇ ਹਾਂ, ਤੇ ਫਿਰ ਜਿਹੜੇ ਉੱਥੇ ਦੀ ਗੌਰਮੈਂਟ ਹੈ ਜਾਂ ਉੱਥੇ ਦੇ ਜਿਹੜੇ ਸੰਸਥਾਵਾਂ ਹੈ ਉਹ ਤੁਹਾਨੂੰ ਸਨਮਾਨਿਤ ਕਰਦੀਆਂ। ਤੇ ਇਸ ਤਰ੍ਹਾਂ ਮੈਨੂੰ ਸਭ ਤੋਂ ਪਹਿਲੇ ਤਾਂ ਸੁਰਮਣੀ ਅਵਾਰਡ ਸੁਰ ਸਿੰਗਾਰ ਸੰਸਦ ਮੁੰਬਈ ਵੱਲੋਂ ਮਿਲਿਆ 2006 'ਚ। ਫਿਰ ਇਸ ਤੋਂ ਇਲਾਵਾ ਸੰਗੀਤ ਕਲਾ ਮੰਚ ਜਲੰਧਰ, ਉਹਨਾਂ ਨੇ ਮੈਨੂੰ ਉਸਤਾਦ ਦੀ ਉਪਾਧੀ ਦਿੱਤੀ। ਫਿਰ ਆਲ ਇੰਡੀਆ ਰੇਡੀਓ ਨੇ ਮੈਨੂੰ ਉਸਤਾਦ ਦੀ ਔਰ ਪੰਡਤ ਦੀ ਉਪਾਧੀ ਦਿੱਤੀ ਜਦੋਂ ਟੌਪ ਗ੍ਰੇਡ ਮਿਲਿਆ ਮੈਨੂੰ। ਇਸ ਤੋਂ ਇਲਾਵਾ ਵਿਰਾਸਤ ਫਾਊਂਡੇਸ਼ਨ ਕੈਨੇਡਾ ਨੇ ਮੈਨੂੰ 2002 ਦਾ ਵਿੱਚ ਇੰਡੀਅਨ ਕਲਾਸੀਕਲ ਮਿਊਜ਼ੀਸ਼ੀਅਨ ਅਵਾਰਡ ਦਿੱਤਾ ਉਹਨਾਂ ਨੇ ਕੈਨੇਡਾ ਦੇ ਵਿੱਚ। ਇਸ ਤਰ੍ਹਾਂ ਹੀ ਉੱਥੇ ਦੀ ਹਿੰਦੂ ਸੁਸਾਇਟੀ ਕੈਲਗਰੀ ਨੇ ਮੈਨੂੰ ਸਟਾਰ ਮੈਸਟਰੋ ਦਾ ਅਵਾਰਡ ਦਿੱਤਾ। ਫਿਰ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਨੇ ਦਿੱਤਾ ਹੈ, ਲੇਕਿਨ ਅਸੀਂ ਇਹਨਾਂ ਨੂੰ ਬਹੁਤ ਹੀ ਜ਼ਿੰਦਗੀ 'ਚ ਪੰਜਾਬ ਗੌਰਮੈਂਟ ਨੇ ਵੀ ਮੈਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ 2019 ਦੇ ਵਿੱਚ। ਮਗਰ ਉਹ ਜਦੋਂ ਅਸੀਂ ਇਸ ਖੇਤਰ ਨੂੰ ਦੇਖਦੇ ਹਾਂ ਤੇ ਇਹ ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿੱਦਾਂ ਅਸੀਂ ਛੋਟੇ ਜਿਹੇ ਸਕੂਲ ਦੇ ਬੱਚੇ ਹਾਂ ਜਿਹਨਾਂ ਨੂੰ ਹਰ ਕਲਾਸ ਦੇ ਵਿੱਚ ਕੋਈ ਨਾ ਕੋਈ ਪ੍ਰਾਈਜ਼ ਮਿਲਦਾ, ਤੇ ਉਸ ਤਰ੍ਹਾਂ ਦੀਆਂ ਫੀਲਿੰਗ ਦੇ ਨਾਲ ਅਸੀਂ ਇਹਨਾਂ ਨੂੰ ਐਕਸੈਪਟ ਕਰ ਲੈਂਦੇ ਹਾਂ। ਅਦਰਵਾਈਜ਼ ਤੇ ਇਹ ਤੇ ਸਮੁੰਦਰ ਹੈ ਬਹੁਤ ਵਿਸ਼ਾਲ। ਤੇ ਮਗਰ ਇਹ ਹੈ ਕਿ ਬਹੁਤ ਕਿਰਪਾ ਹੈ ਗੁਰੂ ਮਹਾਰਾਜ ਦੀ ਔਰ ਸੰਸਥਾਵਾਂ ਦੀ ਔਰ ਗੌਰਮੈਂਟ ਦੀ, ਸਭ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਖੁੱਲ੍ਹੇ ਵਿਸ਼ਾਲ ਹਿਰਦੇ ਨਾਲ ਸਾਨੂੰ ਐਕਸੈਪਟ ਕੀਤਾ, ਸੁਣਿਆ ਸਾਡੀ ਕਲਾ ਨੂੰ, ਉਹਨਾਂ ਦੀ ਪ੍ਰਸ਼ੰਸਾ ਕੀਤੀ, ਉਹਨੂੰ ਐਕਸੈਪਟ ਕੀਤਾ। ਉਹਦੇ ਲਈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਸੀਂ। ਮੈਂ ਮਹਿਸੂਸ ਕੀਤਾ ਸੀਗਾ ਕਿ ਜਦੋਂ ਇਹਨਾਂ ਨੇ ਆਪਣੇ ਪਿਤਾ ਜੀ ਬਾਰੇ ਔਰ ਨਾਲ ਦੂਸਰੇ ਗੁਰੂ ਜੀ ਬਾਰੇ ਗੱਲਬਾਤ ਕੀਤੀ ਤੇ ਉਦੋਂ ਹੀ ਅੰਦਰੋਂ ਆਵਾਜ਼ ਸੀਗੀ ਕਿ ਜੇ ਗੁਰੂਆਂ ਦੇ ਵਿੱਚ ਇੰਨਾ ਅਥਾਹ ਬਾਲਿਆ, ਇਹਨੂੰ ਮੈਂ ਬਲ ਕਵਾਂਗਾ, ਤੇ ਸ਼ਾਗਿਰਦ ਜਿਹੜੇ ਆ ਉਹਨਾਂ ਦੇ ਉੱਤੇ ਗੁਰੂਆਂ ਦਾ ਰੂਪ ਚੜ੍ਹਦਾ ਵਾ। ਤੇ ਮੈਨੂੰ ਸੀਗਾ ਕਿ ਇਹਨਾਂ ਦੇ ਮੂੰਹੋਂ ਹੀ ਸੁਣਾ ਕਿ ਕਿੱਥੋਂ ਤੱਕ ਹੁਣ ਤੱਕ ਇਹ ਪਹੁੰਚੇ ਆ, ਕਿਉਂਕਿ ਇਹ ਸੰਗੀਤ ਜਿਹੜਾ ਵਾ ਇਹਨਾਂ ਦੀ ਗੱਲ ਬਿਲਕੁਲ ਠੀਕ ਆ, ਅਥਾਹ ਸਾਗਰ ਆ। ਇਹਦੇ ਵਿੱਚ ਜਿੰਨੀਆਂ ਮਰਜ਼ੀ ਚੁੱਭੀਆਂ ਮਾਰੀ ਜਾਓ, ਤਾਰੀਆਂ ਮਾਰੀ ਜਾਓ, ਇਹ ਜਿੰਨੀ ਲਗਨ ਤਪੱਸਿਆ ਹਿੰਮਤ ਤੁਸੀਂ ਕਰੋਗੇ ਓਨੀ ਜ਼ਿਆਦਾ ਡੂੰਘੀ ਚੁੱਭੀ ਮਾਰਨ ਦੇ ਕਾਬਲ ਬਣੋਗੇ। ਜਿਸ ਤਰ੍ਹਾਂ ਗੋਤਾਖੋਰ ਜਿਹੜੇ ਹੁੰਦੇ ਆ ਉਹ ਉੱਪਰੋਂ ਛਾਲ ਮਾਰਦੇ ਆ ਅਤੇ ਥੱਲਿਓਂ ਜਾ ਕੇ ਮੋਤੀ ਤੱਕ ਚੁਗ ਲਿਆਉਂਦੇ ਆ। ਇਹੋ ਹੀ ਚੀਜ਼ ਜਿਹੜੀ ਆ ਸੰਗੀਤ ਦੇ ਵਿੱਚ ਆਉਂਦੀ ਆ ਕਿ ਜਿੰਨੀ ਜ਼ਿਆਦਾ ਤਪੱਸਿਆ ਹੋਊਗੀ, ਸਾਧਨਾ ਹੋਊਗੀ, ਓਨੀ ਵੱਡੀ ਚੁੱਭੀ ਹੋਊਗੀ, ਔਰ ਚੁੱਭੀ ਮਾਰਿਆਂ ਕੁਛ ਨਾ ਕੁਛ ਬੰਦਾ ਕੱਢ ਕੇ ਲੈ ਕੇ ਆਉਂਦਾ ਵਾ। ਔਰ ਇਹ ਮਨੂ ਸਿੰਘ ਜੀ ਨੇ ਦੱਸ ਹੀ ਦਿੱਤਾ ਵਾ ਕਿ ਹੁਣ ਤੱਕ ਦੀਆਂ ਪ੍ਰਾਪਤੀਆਂ ਜਿਹੜੀਆਂ ਵਾ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਵਾ ਉਹ ਅਵਾਰਡ ਨਾਲ ਸਨਮਾਨਿਆ ਗਿਆ ਵਾ। ਅਤੇ ਮਨੂ ਜੀ, ਹੁਣ ਤੱਕ ਤੁਸੀਂ ਕਿਹੜੀਆਂ ਸਟੇਟਾਂ ਦੇ ਵਿੱਚ ਜਿਹੜੀ ਆ ਸਿਤਾਰ ਵਾਦਨ ਦੀ ਪੇਸ਼ਕਾਰੀ ਕਰ ਚੁੱਕੇ ਹੋ? ਹਾਂਜੀ, ਮੈਨੂੰ ਕੁਝ 2-3 ਮੈਂ ਤੁਹਾਨੂੰ ਵਿਸ਼ੇਸ਼ ਤੌਰ 'ਤੇ ਦੱਸਣਾ ਚਾਹੂੰਗਾ ਕਿ ਸਭ ਤੋਂ ਪਹਿਲੇ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਮਹਾਰਾਸ਼ਟਰ ਵਿੱਚ ਮੁੰਬਈ 'ਚ ਸਿਤਾਰ ਵਾਦਨ ਕਰਨ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਸੁਰਮਣੀ ਅਵਾਰਡ ਵੀ ਦਿੱਤਾ। ਇਸ ਤੋਂ ਇਲਾਵਾ ਵਿਸ਼ੇਸ਼ ਜਿਹਨੂੰ ਮੈਂ ਬੜਾ ਮੇਰੇ ਮਨ 'ਚ ਰਹਿੰਦਾ ਆਦਰ ਸਤਿਕਾਰ ਕਿ ਪਟਨਾ ਸਾਹਿਬ ਵਿਖੇ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 350 ਸਾਲਾ ਪ੍ਰਕਾਸ਼ ਉਤਸਵ ਹੋਇਆ ਤੇ ਉਹਨਾਂ ਨੇ ਪਟਨਾ ਸਾਹਿਬ ਮੈਨੂੰ ਸਿਤਾਰ ਵਾਦਨ ਕਰਨ ਲਈ ਆਮੰਤਰਿਤ ਕੀਤਾ, ਉੱਥੇ ਦੀ ਗੌਰਮੈਂਟ ਨੇ, ਬਿਹਾਰ ਗੌਰਮੈਂਟ ਨੇ। ਤੇ ਉਹ ਵੀ ਇੱਕ ਬੜਾ ਯਾਦਗਾਰੀ ਪ੍ਰੋਗਰਾਮ ਹੈ। ਇਸ ਤਰ੍ਹਾਂ ਬਿਹਾਰ ਦੇ ਵਿੱਚ ਉਹਨਾਂ ਨੇ ਸਨਮਾਨਿਤ ਕੀਤਾ ਔਰ ਪ੍ਰੋਗਰਾਮ ਦਿੱਤਾ ਉੱਥੇ। ਇਸ ਤੋਂ ਇਲਾਵਾ ਮੈਨੂੰ ਆਂਧਰਾ ਪ੍ਰਦੇਸ਼ ਵਿੱਚ ਤਿਰੂਪਤੀ ਬਾਲਾ ਜੀ ਦੇ ਦਰਬਾਰ 'ਚ ਵੀ ਸਿਤਾਰ ਵਾਦਨ ਕਰਨ ਦਾ ਮੌਕਾ ਮਿਲਿਆ, ਭਗਵਾਨ ਦੇ ਦਰਬਾਰ 'ਚ।
ਤੇ ਇਸ ਤਰ੍ਹਾਂ ਦੇ ਕੁਛ ਜਿਹੜੇ ਆ ਇੰਸੀਡੈਂਟ ਹੈ ਇਹ ਤੁਹਾਨੂੰ ਜ਼ਿੰਦਗੀ ਭਰ ਪ੍ਰੇਰਨਾ ਦਿੰਦੇ ਰਹਿੰਦੇ ਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਕੋਲਕਾਤਾ, ਵੈਸਟ ਬੰਗਾਲ ਦੇ ਵਿੱਚ ਵੀ ਮੇਰਾ ਜਾਣਾ ਹੋਇਆ, ਸਾਊਥ ਇੰਡੀਆ ਦੇ ਵਿੱਚ ਵੀ ਮੈਂ ਗਿਆ ਬਹੁਤ ਜਗ੍ਹਾ ਤੇ। ਫਿਰ ਉੱਤਰ ਪ੍ਰਦੇਸ਼ ਦੇ ਵਿੱਚ ਵੀ, ਆਗਰਾ ਵਿੱਚ ਵੀ ਮੈਂ ਤਾਜ ਮਹੋਤਸਵ 'ਚ ਵੀ ਵਜਾਇਆ ਹੈ। ਦਿੱਲੀ ਵਿੱਚ ਬਹੁਤ ਵਾਰੀ ਜਾਣਾ ਵਜਾਣਾ ਹੋਇਆ। ਹਿੰਦੁਸਤਾਨ ਦੀਆਂ ਹੋਰ ਵੀ ਕਈ ਬਹੁਤ ਸਾਰੀਆਂ ਜਗ੍ਹਾ ਤੇ ਮੈਨੂੰ ਗਾਣਾ ਵਜਾਣਾ ਕਰਨ ਦਾ ਮੌਕਾ ਮਿਲਿਆ ਜੀ। ਇਹ ਤੇ ਹੋ ਗਈ ਹਿੰਦੁਸਤਾਨ ਦੀ ਗੱਲ। ਤੇ ਹੁਣ ਹਿੰਦੁਸਤਾਨ ਤੋਂ ਬਾਹਰ ਚੱਲਦੇ ਹਾਂ ਕਿ ਹਵਾਈ ਜਹਾਜ਼ ਰਾਹੀਂ ਕਿੰਨੇ ਕੁ ਜਿਹੜੇ ਦੇਸ਼ ਗਏ? ਪਰਮਾਤਮਾ ਨੇ ਬੜੀ ਕਿਰਪਾ ਕੀਤੀ, ਜਿਹੜਾ 7 ਸਮੁੰਦਰੋਂ ਪਾਰ ਵੀ ਸਾਨੂੰ ਮੌਕਾ ਦਿੱਤਾ, ਉੱਥੇ ਵੀ ਸਿਤਾਰ ਵਾਦਨ ਕਰ ਸਕੀਏ ਜਾ ਕੇ। ਫਿਰ ਮੈਂ ਸਭ ਤੋਂ ਪਹਿਲੇ ਮੈਨੂੰ ਇੰਡੋਨੇਸ਼ੀਆ ਜਾਣ ਦਾ ਮੌਕਾ ਮਿਲਿਆ ਸੀ 1996 ਦੇ ਵਿੱਚ, ਤੇ ਉੱਥੇ ਮੈਂ ਕਈ ਸਟੇਟਸ ਦੇ ਵਿੱਚ ਆਪਣਾ ਪਰਫਾਰਮੈਂਸ ਦਿੱਤੀ। ਤੇ ਫਿਰ ਉਸ ਤੋਂ ਬਾਅਦ ਮੇਰਾ ਕੈਨੇਡਾ ਦੇ ਵਿੱਚ, ਇੰਗਲੈਂਡ ਵਿੱਚ ਔਰ ਅਮਰੀਕਾ ਦੇ ਵਿੱਚ, ਇਹਨਾਂ ਜਗ੍ਹਾ 'ਤੇ ਬਹੁਤ ਸਾਰੇ ਪ੍ਰੋਗਰਾਮ ਹੋਏ ਨੇ ਕਈ ਸਾਲ। ਔਰ ਹੁਣ ਤੱਕ ਵੀ ਉਹ ਸੰਸਥਾਵਾਂ ਨੇ ਜਿਹੜੀਆਂ, ਜਿਸ ਤਰ੍ਹਾਂ ਰਾਗਮਾਲਾ ਸੁਸਾਇਟੀ ਕੈਲਗਰੀ ਹੈ, ਮੈਂ ਤੁਹਾਨੂੰ ਦੱਸਿਆ ਤੁਹਾਨੂੰ, ਉਹਨਾਂ ਨੇ ਬਹੁਤ ਵਾਰੀ ਬੁਲਾਇਆ ਉੱਥੇ। ਇਸ ਤਰ੍ਹਾਂ ਹੀ ਵਿਰਾਸਤ ਫਾਊਂਡੇਸ਼ਨ ਆਫ ਕੈਨੇਡਾ ਵੈਨਕੂਵਰ 'ਚ, ਉਹਨਾਂ ਨੇ ਬਹੁਤ ਵਾਰੀ ਪ੍ਰੋਗਰਾਮ 'ਤੇ ਸੱਦਿਆ। ਈਵਨ ਤੁਸੀਂ ਖੁਸ਼ ਹੋਵੋਗੇ ਜਾਣ ਕੇ ਕਿ ਉਹਨਾਂ ਨੇ ਸਾਨੂੰ ਵਿਸ਼ੇਸ਼ ਤੌਰ 'ਤੇ ਪੰਜਾਬੀ ਵਰਲਡ ਕਾਨਫਰੰਸ ਵਿੱਚ ਵੀ ਬੁਲਾਇਆ ਸੀਗਾ, ਜਿੱਥੇ ਮੈਂ ਪੰਜਾਬ ਦੀਆਂ ਕੁਝ ਖਾਸ ਬੰਦਿਸ਼ਾਂ ਪੇਸ਼ ਕੀਤੀਆਂ ਸੀ। ਉਹ ਕਦੀ ਮੌਕਾ ਮਿਲੇਗਾ ਤਾਂ ਤੁਹਾਡੇ ਚੈਨਲ 'ਤੇ ਉਹ ਪ੍ਰਸਤੁਤ ਵੀ ਕਰਾਂਗੇ। ਜਿਸ ਤਰ੍ਹਾਂ ਮੈਂ ਤੋੜੀ ਰਾਗ ਵਜਾਇਆ ਉੱਥੇ, ਤੇ ਉਹਦੇ ਵਿੱਚ ਬੰਦੇ ਸੀ, ਜਿੰਦ ਜਾਨ ਤੁਸਾਂ ਤੋਂ ਘੋਲੀ ਨੀ, ਆਓ ਭਰਜਾਈਓ ਬਾਬਲ ਜਾਈਓ ਨੀ ਭਰਜਾਈਓ, ਰੱਖ ਲਓ ਮੇਰੀ ਡੋਲੀ ਨੀ। ਤੋ ਇਸ ਤਰ੍ਹਾਂ ਦੀਆਂ ਪੰਜਾਬੀ ਬੰਦਿਸ਼ਾਂ ਜਿਹੜੀਆਂ ਉੱਥੇ ਮੈਂ ਵਜਾਈਆਂ। ਤੇ ਥੋੜ੍ਹਾ ਜਿਹਾ ਅਗਰ ਤੁਸੀਂ ਕਹੋ ਤਾਂ ਮੈਂ ਥੋੜ੍ਹਾ ਜਿਹਾ ਗੁਣ ਗਾ ਕੇ ਵੀ ਉਹਨੂੰ, ਹਾਂ ਬਿਲਕੁਲ। ਸਾ ਰੇ ਗਾ ਰੇ ਸਾ ਨੇ ਦਾ ਨੇ ਸਾ ਰੇ ਗਾ ਰੇ ਸਾ, ਜਿੰਦ ਜਾਨ ਤੁਸਾਂ ਤੋਂ ਘੋਲੀ ਨੀ, ਜਿੰਦ ਜਾਨ ਤੁਸਾਂ ਤੋਂ ਘੋਲੀ ਨੀ, ਬਾਬੁਲ ਜਾਇਓ ਨੀ ਭਰਜਾਇਓ, ਰੱਖ ਲੋ ਮੇਰੀ ਡੋਲੀ ਨੀ, ਜਿੰਦ ਜਾਨ ਤੁਸਾਂ ਤੋਂ ਘੋਲੀ ਨੀ। ਵਗਨ ਲਗ ਪੇ ਬਾਵਰੋਲੇ, ਵਗਨ ਲਗ ਪੇ ਬਾਵਰੋਲੇ, ਉਡਨ ਲਗੇ ਮੇਰੇ ਗੁੱਡੀਆਂ ਪਟੋਲੇ, ਉਡਨ ਲਗੇ ਮੇਰੇ ਗੁੱਡੀਆਂ ਪਟੋਲੇ, ਖੇਡਣ ਦਾ ਹਜੇ ਚਾਅ ਵੀ ਨ ਲਥਿਆ, ਪਿਆ ਵਿਛੋੜਾ ਝੋਲੀ ਨੀ, ਜਿੰਦ ਜਾਨ ਤੁਸਾਂ ਤੋਂ ਘੋਲੀ ਨੀ। ਤੋ ਇਸ ਤਰ੍ਹਾਂ ਕਰਕੇ ਪੰਜਾਬੀ ਵਰਲਡ ਕਾਨਫਰੰਸ ਹੋਰ ਵੀ ਕੁਝ ਬੰਦਿਸ਼ਾਂ ਪੰਜਾਬ ਦੀਆਂ ਖਾਸ ਪੇਸ਼ ਕੀਤੀਆਂ ਮੈਂ ਉੱਥੇ। ਬਹੁਤ ਵਧੀਆ, ਆਨੰਦ ਆ ਗਿਆ। ਇਹ ਬਿਨਾਂ ਸਤਾਰ ਤੋਂ ਹੀ ਇੰਨਾ ਆਨੰਦ, ਤੇ ਜਦੋਂ ਸਤਾਰ ਨਾਲ ਪੇਸ਼ਕਾਰੀ ਕੀਤੀ ਜਾਊਗੀ ਤੇ ਦਰਸ਼ਕ ਆਪ ਹੀ ਹਿਸਾਬ ਲਾ ਸਕਦੇ ਆ ਕਿ ਕਿੱਥੇ ਜਾ ਕੇ ਗੱਲਾਂ ਹੋਣਗੀਆਂ। ਮਨੂ ਸਿੰਘ ਜੀ, ਜਦੋਂ ਬੰਦਾ ਕਾਬਲ ਬਣਦਾ, ਬੰਦੇ ਤੋਂ ਅੱਗੇ ਕਲਾਕਾਰ ਕਾਬਲ ਬਣਦਾ, ਪਹਿਲਾਂ ਤਾਂ ਬੰਦਾ ਬਣਨਾ ਔਖਾ, ਫਿਰ ਕਲਾਕਾਰ ਬਣਦਾ ਬੰਦੇ ਤੋਂ ਬਾਅਦ, ਫਿਰ ਕਲਾਕਾਰ ਜਦੋਂ ਕਾਬਲ ਬਣਦਾ ਵਾ, ਵੱਡੀਆਂ ਸਟੇਜਾਂ ਦੇ ਉੱਤੇ ਜਦੋਂ ਖਲੋਣ ਦਾ ਮੌਕਾ ਮਿਲਦਾ ਵਾ, ਜਿੱਥੋਂ ਦੁਨੀਆ ਨਿੱਕੀ ਜਿਹੀ ਲੱਗਣ ਲੱਗ ਪੈਂਦੀ ਆ, ਉਸ ਵੇਲੇ ਕਦੀ ਤੁਹਾਨੂੰ ਉਸ ਸਟੇਜ 'ਤੇ ਖਲੋਤਿਆਂ ਆਪਣੀ ਕਲਾ 'ਤੇ ਫਖਰ ਹੋਇਆ ਕਿ ਆਪਣੇ ਗੁਰੂ 'ਤੇ ਫਖਰ ਹੋਇਆ? ਨਹੀਂ, ਕਲਾ 'ਤੇ ਵੀ ਔਰ ਗੁਰੂ 'ਤੇ ਵੀ ਫਖਰ ਹੋਇਆ, ਲੇਕਿਨ ਜਿੱਥੇ ਤੱਕ ਦੁਨੀਆ ਛੋਟੀ ਨਜ਼ਰ ਆਉਂਦੀ ਗੱਲ ਹੈ, ਇਸ ਤਰ੍ਹਾਂ ਦਾ ਨਹੀਂ। ਮੈਂ ਤਾਂ ਸਗੋਂ ਪਰਮਾਤਮਾ ਨੂੰ ਇੱਦਾਂ ਦੀ ਮੈਂ ਗੱਲਾਂ ਕਰਦਾ ਹੁੰਦਾ ਕਿ ਸੰਗਤ ਜਿਹੜੀ ਹੈ ਉਹ ਤਾਂ ਗੁਰੂ ਰੂਪ ਹੀ ਹੁੰਦੀ ਹੈ। ਮੈਂ ਤਾਂ ਇਸ ਤਰ੍ਹਾਂ ਸੰਗਤ ਨੂੰ ਔਰ ਆਡੀਅנס ਨੂੰ ਦੇਖਦਾ, ਕਿਉਂਕਿ ਸਾਡੇ ਸ਼ਾਸਤਰਾਂ 'ਚ ਵੀ ਇਹ ਚੀਜ਼ ਲਿਖੀ ਹੈ ਕਿ ਇੱਕ ਜਗ੍ਹਾ ਨਾਰਦ ਮੁਨੀ ਜੀ ਨੂੰ ਭਗਵਾਨ ਵਿਸ਼ਨੂੰ ਕਹਿ ਰਹੇ, ਪਹਿਲੇ ਤਾਂ ਨਾਰਦ ਮੁਨੀ ਜੀ ਪੁੱਛਦੇ ਕਿ ਭਗਵਾਨ ਵਿਸ਼ਨੂੰ ਜੀ, ਕਦੀ ਕਦੀ ਅਸੀਂ ਵੈਕੁੰਠ ਧਾਮਾਂ ਨੇ, ਤੁਸੀਂ ਇੱਥੇ ਵੀ ਨਹੀਂ ਮਿਲਦੇ ਸਾਨੂੰ? ਉਹ ਕਹਿੰਦੇ ਹਾਂ, ਮੈਂ ਕਦੀ ਕਦੀ, ਕਿਉਂਕਿ ਕਹਿੰਦੇ ਮੈਂ ਜ਼ਿਆਦਾਤਰ, ਜੇ ਮੈਨੂੰ ਤੁਸੀਂ ਹਰ ਵੇਲੇ ਕਿਸੇ ਜਗ੍ਹਾ 'ਤੇ ਮਿਲਣਾ ਤਾਂ ਉੱਥੇ ਮਿਲ ਸਕਦੇ ਜਿੱਥੇ ਸੰਗੀਤ ਚੱਲ ਰਿਹਾ ਹੁੰਦਾ, ਉਸ ਜਗ੍ਹਾ 'ਤੇ ਮੈਂ ਹਮੇਸ਼ਾ ਹੀ ਵਿਰਾਜਮਾਨ ਹੋਣਾ। ਬਾਕੀ ਜਗ੍ਹਾ 'ਤੇ ਤਾਂ ਭਾਵੇਂ ਨਾਮ ਹੀ ਮਿਲਾਂ ਮੈਂ ਕਦੀ, ਜਿੱਦਾਂ ਆਪਣੇ ਆਫਿਸ 'ਚ ਨਾਮ ਹੀ ਹੋਈ ਹੈ, ਲੇਕਿਨ ਉੱਥੇ ਮੈਂ ਤੁਹਾਨੂੰ 24 ਆਵਰ ਹੀ ਮਿਲਾਂਗਾ, ਕਿਉਂਕਿ ਉਹਨਾਂ ਦਾ ਜੋ ਸੁਭਾਅ ਹੈ। ਤਾਂ ਉਹਨਾਂ ਨੇ ਉਹ ਸ਼ਾਸਤਰ ਵਿੱਚ ਲਿਖਿਆ ਕਿ ਨਾਹਮ ਵਸਾਮੀ ਵੈਕੁੰਠੇ, ਯੋਗੀ ਨਾਮ ਹਿਰਦੇ ਨਾਚ, ਮਦ ਭਗਤਾ ਯਤਰ ਗਾਇੰਤੀ ਤਤਰ ਤਿਸ਼ਠਾਮੀ ਨਾਰਦ। ਕਹਿੰਦੇ ਨਾਹਮ ਵਸਾਮੀ ਵੈਕੁੰਠੇ, ਹਰ ਵਕਤ ਮੈਂ ਵੈਕੁੰਠ ਵਿੱਚ ਵੀ ਨਹੀਂ ਹੁੰਦਾ। ਯੋਗੀ ਨਾਮ ਹਿਰਦੇ ਨਾਚ, ਯੋਗੀਆਂ ਦੇ ਹਿਰਦੇ 'ਚ ਵੀ ਹਰ ਵਕਤ ਨਹੀਂ ਹੁੰਦਾ ਮੈਂ, ਉੱਦਾਂ ਤਾਂ ਮੈਂ ਰਹਿਣਾ, ਕਿਉਂਕਿ ਉਹ ਵੀ ਯਾਦ ਕਰਦੇ ਮੈਨੂੰ, ਰਹਿਣਾ ਤਾਂ ਹੈ। ਲੇਕਿਨ ਮਦ ਭਗਤਾ ਯਤਰ ਗਾਇੰਤੀ, ਜਿੱਥੇ ਮੇਰੇ ਭਗਤ ਲੋਕ ਗਾਣਾ ਵਜਾਣਾ ਕਰਦੇ ਆ, ਤਤਰ ਤਿਸ਼ਠਾਮੀ ਨਾਰਦ,
ਉਸ ਜਗ੍ਹਾ ਤੇ ਮੈਂ ਹਮੇਸ਼ਾ ਵਿਰਾਜਮਾਨ ਰਹਿਣਾ। ਸੋ ਇਸ ਤਰ੍ਹਾਂ ਦੇ ਸਾਨੂੰ ਜਦੋਂ ਐਗਜ਼ਾਮਪਲ ਮਿਲਦੇ ਆ ਤੇ ਉਹ ਕਿਸ ਰੂਪ 'ਚ ਰਹਿੰਦੇ ਤੁਸੀਂ ਆਪੇ ਹੀ ਸਮਝ ਸਕਦੇ ਹੋ ਕਿ ਅਸੀਂ ਤਾਂ ਇਹ ਮੰਨਦੇ ਹਾਂ ਕਿ ਉਹ ਕਲਾਕਾਰ ਵੀ ਉਹੀ ਤੇ ਸੰਗਤ ਵੀ ਉਹੀ, ਉਹ ਸਾਰੇ ਰੂਪਾਂ 'ਚ ਵਿਦਮਾਨ ਹੁੰਦੇ। ਤੇ ਇਸ ਕਰਕੇ ਸੰਗਤ ਨੂੰ ਵੀ ਅਸੀਂ ਉਸੇ ਰੂਪ 'ਚ ਹੀ ਦੇਖਦੇ ਹਾਂ, ਛੋਟੇ ਤੇ ਨਹੀਂ ਬਲਕਿ ਉਹ ਵੀ ਇੱਕ ਵਿਰਾਟ ਰੂਪ ਹੀ ਨਜ਼ਰ ਆਉਂਦੇ ਸਾਨੂੰ ਕਿ ਇਹ ਪ੍ਰਮਾਤਮਾ ਦੀ ਸਾਰੀ ਲੀਲਾ ਹੈ। ਔਰ ਬੜਾ ਆਨੰਦ ਵਿਭੋਰ ਹੋ ਜਾਂਦੇ ਹਾਂ ਉਸ ਜਗ੍ਹਾ 'ਤੇ। ਔਰ ਗੁਰੂ ਔਰ ਆਪਣੇ ਉਸਤਾਦਾਂ ਦਾ ਤਾਂ ਜ਼ਰੂਰ ਅਸੀਂ ਉਸ ਵੇਲੇ ਮਨ ਦੇ ਵਿੱਚ ਇੱਕ ਐਸਾ ਮਤਲਬ ਭਾਵ ਆਉਂਦਾ ਹੈ ਕਿ ਉਹਨਾਂ ਦੇ ਪ੍ਰਤੀ ਨਤਮਸਤਕ ਹੋ ਜਾਈਦਾ ਕਿ ਐਸੀ ਵਿੱਦਿਆ ਨਾਲ ਸਾਨੂੰ ਜੁੜਿਆ ਹੈ ਕਿ ਅਸੀਂ ਇਹ ਗੁਰੂ ਰੂਪ ਸਾਧ ਸੰਗਤ ਦਾ ਵੀ ਦਰਸ਼ਨ ਕਰਨ ਨੂੰ ਮੌਕੇ ਮਿਲਦੇ ਬੜੇ ਵਧੀਆ ਢੰਗ ਨਾਲ, ਔਰ ਬੜਾ ਪਿਆਰ ਦਾ ਵਾਤਾਵਰਨ ਬਣ ਜਾਂਦਾ। ਤੇ ਇਹ ਇਸ ਚੀਜ਼ ਦੀ ਖਾਸੀਅਤ ਹੈ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਮੇਰਾ ਸਵਾਲ ਜਿਹੜਾ ਵਾ ਉਹ ਇਸ ਤਰੀਕੇ ਨਾਲ ਸੀਗਾ ਕਿ ਬਿਨਾਂ ਗੁਰੂਆਂ ਤੋਂ, ਬਿਨਾਂ ਉਸਤਾਦਾਂ ਤੋਂ, ਬਿਨਾਂ ਸਿੱਖਣ ਤੋਂ, ਬਿਨਾਂ ਤਪੱਸਿਆ ਤੋਂ ਜਿਹੜੇ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਥਰੂ ਮਿੰਟੋ ਮਿੰਟੀ ਰਾਤੋਂ ਰਾਤ ਹੀ ਫੇਕ ਵਿਊ ਲੈ ਕੇ ਸਟਾਰ ਬਣ ਜਾਂਦੇ ਆ, ਅਤੇ ਜਦੋਂ ਸਟੇਜਾਂ 'ਤੇ ਚੜ੍ਹਦੇ ਆ ਤਾਂ ਉਹਨਾਂ ਨੂੰ ਦੁਨੀਆ ਛੋਟੀ ਜਾਪਦੀ ਆ, ਹਉਮੈ 'ਚ ਗੜੁੱਚ ਹੋ ਜਾਂਦੇ ਆ ਲੋਕ। ਇੱਥੇ ਮੇਰਾ ਸਵਾਲ ਉਸ ਸ਼ਖਸ ਨੂੰ ਸੀਗਾ, ਉਸ ਸ਼ਖਸੀਅਤ ਨੂੰ ਸੀਗਾ ਜਿਨ੍ਹੇ ਉਸਤਾਦਾਂ ਦੀ ਮਾਰ ਚੱਲੀ ਆ, ਜਿਨ੍ਹੇ ਦਿਨ ਰਾਤ ਤਪੱਸਿਆ ਕੀਤੀ ਆ। ਮੈਂ ਮੂੰਹੋਂ ਸੁਣਨਾ ਚਾਹੁੰਦਾ ਸੀਗਾ ਕਿ ਇਹਨਾਂ ਦੇ ਅੰਦਰਲੇ ਲਫ਼ਜ਼ ਕੀ ਆ, ਔਰ ਬੜੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਸਾਰਿਆਂ ਦਰਸ਼ਕਾਂ ਨੇ ਸਾਹਮਣੇ ਵੇਖ ਲਿਆ ਕਿ ਕਿਵੇਂ ਇਹਨਾਂ ਨੇ ਬਿਆਨ ਕੀਤਾ ਵਾ ਕਿ ਸੰਗਤ ਹੀ ਜਿਹੜੀ ਆ ਉਹਦੇ ਵਿੱਚੋਂ ਹੀ ਰੱਬ ਨਜ਼ਰ ਆਉਂਦਾ ਵਾ, ਅਤੇ ਸੰਗਤ ਨੂੰ ਹੀ ਅਸੀਂ ਨਤਮਸਤਕ ਹੁੰਦੇ ਹਾਂ। ਅਤੇ ਜਿਹੜੀਆਂ ਇਹੋ ਜਿਹੀਆਂ ਸ਼ਖਸੀਅਤਾਂ ਸੰਗਤਾਂ ਨੂੰ ਰੱਬ ਮੰਨ ਕੇ ਚੱਲਦੀਆਂ ਵਾ, ਉਹ ਦੁਨੀਆ ਦੇ ਉੱਤੇ ਵੱਡੀਆਂ ਬੁਲੰਦੀਆਂ ਤੇ ਵੱਡੀ ਫਤਿਹ ਜਿਹੜੀ ਆ ਉਹ ਹਾਸਲ ਕਰਕੇ ਜਿਹੜਾ ਇੱਕ ਦਿਨ ਆਪਣਾ ਪੜਾਅ ਦਰ ਪੜਾਅ ਅੱਗੇ ਜਿਹੜਾ ਸਫ਼ਰ ਜਾਰੀ ਰੱਖਦੇ ਆ। ਅਤੇ ਅਗਲੀ ਗੱਲ ਕਰਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਤਾਲ ਰੰਗ ਜਿਹੜਾ ਇੱਥੇ ਬੈਨਰ ਦੇ ਹੇਠ ਵੱਡੀਆਂ ਬੈਠਕੀਆਂ ਹੁੰਦੀਆਂ, ਵੱਡੇ ਵੱਡੇ ਸੰਗੀਤਕਾਰ ਆਉਂਦੇ ਆ, ਵੱਡੇ ਵੱਡੇ ਘਰਾਣਿਆਂ ਤੋਂ ਵੱਡੇ ਵੱਡੇ ਫਨਕਾਰ ਆਉਂਦੇ ਆ। ਤੁਸੀਂ ਕਦੀ ਇੱਥੇ ਪਹਿਲਾਂ ਵੀ ਆਏ ਹੋ ਜੀ? ਨਹੀਂ, ਜਿਹੜਾ ਤਾਲ ਰੰਗ ਗੁਰੂਕੁਲ ਦੇ ਵਿੱਚ ਪ੍ਰੋਗਰਾਮ ਹੁੰਦਾ ਇੱਥੇ ਮੇਰਾ ਪਹਿਲੀ ਵਾਰੀ ਆਉਣਾ ਹੋਇਆ। ਹਾਲਾਂਕਿ ਮੈਂ ਸਿਧਾਰਥ ਜੀ ਨੂੰ ਬਹੁਤ ਸਾਲਾਂ ਤੋਂ ਜਾਣਦੇ ਹਾਂ ਅਸੀਂ ਇਹਨਾਂ ਨੂੰ, ਲੇਕਿਨ ਇਸ ਚੀਜ਼ ਦਾ ਸਾਨੂੰ ਪਤਾ ਕਿ ਇਹ ਬਹੁਤ ਪ੍ਰਚਾਰ ਕਰ ਰਹੇ ਜਦੋਂ ਦੇ ਅੰਮ੍ਰਿਤਸਰ ਇਹ ਆਏ ਹੋਏ ਨੇ, ਔਰ ਇਹ ਮੈਨੂੰ ਇੱਥੇ ਪਹਿਲੀ ਵਾਰੀ ਆਉਣ ਦਾ ਮੌਕਾ ਮਿਲਿਆ। ਤਾਂ ਅੱਜ ਤੁਹਾਡੀ ਸੇਵਾ 'ਚ ਹਾਜ਼ਰ ਹੋਊਂਗਾ ਔਰ ਸਿਤਾਰ ਵਾਦਨ ਕਰਾਂਗੇ। ਬਹੁਤ ਵਧੀਆ ਗੱਲ ਜੀ। ਔਰ ਇਹਦੇ ਤੋਂ ਇਲਾਵਾ ਕਦੀ ਕਦੀ ਜਿਸ ਤਰ੍ਹਾਂ ਸੰਗੀਤ ਦੇ ਨਾਲ ਹੀ ਤੁਹਾਡਾ ਮੋਹ ਰਿਹਾ ਵਾ, ਕਦੀ ਭਜਨ ਗਾਇਕ, ਭੇਟਾਂ ਜਾਂ ਕੋਈ ਹੋਰ ਸੰਗੀਤ ਦੀਆਂ ਜਿਹੜੀਆਂ ਐਲਬਮ ਨਿਕਲਦੀਆਂ ਨੇ ਉਹਨਾਂ ਦੇ ਵਿੱਚ ਸਿਤਾਰ ਵਾਦਨ ਕਰਨ ਦਾ ਜੀ ਆਪਣਾ ਕੋਈ ਆਇਆ ਜੀ ਕੰਮ? ਹਾਂਜੀ, ਮੈਂ ਇੱਕ ਟਾਈਮ ਦੇ ਉੱਪਰ ਵਿੱਚ ਕਾਫੀ ਜਿਹੜੇ ਜਿਸ ਤਰ੍ਹਾਂ ਪੰਜਾਬ ਦੇ ਜਿੰਨੇ ਵੀ ਪ੍ਰਮੁੱਖ ਰਾਗੀ ਸੀਗੇ ਉਹਨਾਂ ਨਾਲ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਪਹਿਲੀ ਵਾਰੀ ਜਦੋਂ ਮੈਂ ਸਟੂਡੀਓ ਇੱਕ ਕੈਸਟ ਦਾ ਯੁੱਗ ਸੀ ਜਦੋਂ, ਅਤੇ 1988 ਦੇ ਵਿੱਚ ਮੈਨੂੰ ਪਹਿਲੀ ਵਾਰੀ ਸਟੂਡੀਓ 'ਚ ਬੁਲਾਇਆ ਗਿਆ ਸਿਤਾਰ ਵਾਦਨ ਲਈ। ਸੰਗਤ ਕਰਨੀ ਸੀ ਸ਼ਬਦ ਕੀਰਤਨ ਦੇ ਨਾਲ, ਅਤੇ ਜਿਹੜੇ ਸਾਡੇ ਬੜੇ ਪ੍ਰਮੁੱਖ ਰਾਗੀ ਰਹੇ ਨੇ ਭਾਈ ਹਰਬੰਸ ਸਿੰਘ ਜਗਾਦਰੀ ਵਾਲੇ, ਉਹਨਾਂ ਦੀਆਂ 2 ਕੈਸਟਸ ਮੈਂ ਪਹਿਲੀ ਵਾਰੀ ਸਿਤਾਰ ਵਜਾਈ ਜੀ 1988 ਦੇ ਵਿੱਚ। ਅਤੇ ਉਹ ਮੇਰੇ ਵਾਸਤੇ ਬੜਾ ਵੱਡਾ ਦਿਨ ਸੀ। ਇੱਕ ਤਾਂ ਉਹਨਾਂ ਦਾ ਬੜਾ ਨਾਮ ਸੀ ਉਸ ਵੇਲੇ, ਅਤੇ ਉਸ ਤੋਂ ਇਲਾਵਾ ਫਿਰ ਮੈਨੂੰ ਪਹਿਲੀ ਵਾਰੀ ਸਟੂਡੀਓ 'ਚ ਵਜਾਉਣ ਦਾ ਮੌਕਾ ਮਿਲਿਆ ਤਾਂ ਇੱਕ ਬੜਾ ਵਧੀਆ ਐਕਸਪੀਰੀਅੰਸ ਸੀਗਾ। ਅਤੇ ਸ਼ੁਰੂਆਤ ਮੇਰੀ ਇਸ ਤਰ੍ਹਾਂ ਹੋਈ ਸੀ ਭਾਈ ਹਰਬੰਸ ਸਿੰਘ ਜਗਾਦਰੀ ਜੀ ਨਾਲ, ਉਹਨਾਂ ਦੇ ਨਾਲ। ਫਿਰ ਮੈਂ ਜਿੰਨੇ ਵੀ ਪੰਜਾਬ ਦੇ ਪ੍ਰਮੁੱਖ ਰਾਗੀ ਜਿਨ੍ਹਾਂ ਦੇ ਤੁਸੀਂ ਨਾਮ ਲੈਣਾ ਚਾਹੋਗੇ, ਉਹ ਮੈਂ ਤਕਰੀਬਨ ਸਭ ਦੇ ਨਾਲ ਹੀ ਸੰਗਤ ਕੀਤੀ ਹੋਈ ਜੀ, ਕਿਉਂਕਿ ਮੈਨੂੰ ਬਾਹਰ ਪ੍ਰਾਈਵੇਟ ਸਟੂਡੀਓ 'ਚ ਵੀ ਮੌਕਾ ਮਿਲਿਆ ਔਰ ਆਲ ਇੰਡੀਆ ਰੇਡੀਓ 'ਤੇ ਵੀ ਸਾਰਿਆਂ ਨੂੰ ਵਜਾਉਣ ਦਾ ਮੌਕਾ ਮਿਲਿਆ, ਜਿਨ੍ਹਾਂ 'ਚ ਭਾਈ ਬਲਬੀਰ ਸਿੰਘ ਜੀ ਹਜ਼ੂਰੀ ਰਾਗੀ, ਇਸ ਤੋਂ ਇਲਾਵਾ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਤੁਸੀਂ ਜਿੰਨੇ ਵੀ ਪੁਰਾਣੇ ਅੱਛੇ ਮਸ਼ਹੂਰ ਰਾਗੀਆਂ ਦੇ ਨਾਮ ਲਓਗੇ ਸਾਰਿਆਂ ਨਾਲ ਸੰਗਤ ਕੀਤੀ ਹੋਈ ਹੈ। ਬਹੁਤ ਮਾਣ ਤੇ ਵੱਡੇ ਫਖਰ ਦੀ ਗੱਲ ਹੈ ਜੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ? ਹਾਂਜੀ, ਇਸ ਲਈ ਪਰਿਵਾਰ ਵਿੱਚ ਤੇ ਪਿਤਾ ਜੀ ਸਾਡੇ ਹੈਗੇ ਹੀ ਨੇ, ਸਾਡੇ ਨਾਲ ਰਹਿ ਰਹੇ ਸਾਡੇ ਬਜ਼ੁਰਗ ਔਰ ਮੇਰੇ ਗੁਰੂ। ਇਸ ਤੋਂ ਇਲਾਵਾ ਮੇਰੇ 2 ਬੱਚੇ ਨੇ ਜੀ। ਵੱਡੀ ਬਿਟੀਆ ਹੈ ਸੁਰਪ੍ਰਿਆ, ਉਹ ਸੰਤੂਰ ਵਾਦਿਕਾ, ਉਹ ਸੰਤੂਰ ਪਲੇ ਕਰਦੇ, ਔਰ ਬੇਟਾ ਜਿਹੜਾ ਰਿਸ਼ਭ ਸਿੰਘ ਹੈ ਉਹ ਸਿਤਾਰ ਪਲੇ ਕਰ ਰਿਹਾ, ਔਰ ਸਾਡੇ ਮਿਸਿਸ ਹੈ ਅਤੇ ਉਹਨਾਂ ਦਾ ਵੀ ਬੜਾ ਇੰਪੋਰਟੈਂਟ ਰੋਲ ਹੈ। ਮਤਲਬ ਸ਼ੀ ਇਜ਼ ਦਾ ਬੈਕਬੋਨ ਆਫ ਦਾ ਫੈਮਿਲੀ। ਔਰ ਕਈ ਵਾਰੀ ਲੋਕ ਉਹਨਾਂ ਨੂੰ ਪੁੱਛਦੇ ਹੁੰਦੇ ਵੀ ਤੁਸੀਂ ਵੀ ਸੰਗੀਤ ਕਰਦੇ ਹੋ, ਅਤੇ ਉਹ ਬੜਾ ਹੱਸ ਕੇ ਜਵਾਬ ਦਿੰਦੀ ਹੁੰਦੀ ਹੈ, ਕਹਿੰਦੀ ਨਹੀਂ ਫਿਲਹਾਲ ਤਾਂ ਮੈਂ 4 ਉਸਤਾਦਾਂ ਨੂੰ ਹੀ ਸੰਭਾਲ ਰਹੀ ਹਾਂ, ਅਤੇ ਇਹੀ ਸੰਗੀਤਕਾਰ ਚਾਰੇ ਇਹੀ ਸਮਝ ਜਾਂਦੇ, ਇਹਨਾਂ ਨੂੰ ਮਤਲਬ ਕੰਟਰੋਲ ਕਰਕੇ ਰੱਖਣਾ ਬੜਾ ਮੁਸ਼ਕਿਲ ਹੈ, ਕਿਉਂਕਿ ਸਭ ਦੇ ਅਲੱਗ-ਅਲੱਗ ਮੂਡ ਹੁੰਦੇ ਆ ਸਭ ਦੇ ਇਸ ਤਰ੍ਹਾਂ। ਅਤੇ ਇੰਨਾ ਜ਼ਰੂਰ ਹੈ ਕਿ ਅਗਲੇ ਜਨਮ 'ਚ ਜਦੋਂ ਮੈਂ ਆਉਣਾ ਹੈ ਅਤੇ ਮੈਂ ਪਹਿਲੇ ਇੱਕ ਇੱਦਾਂ ਦੀ ਸ਼ਖਸੀਅਤ ਦੇ ਰੂਪ 'ਚ ਉੱਧਰ ਮੈਂ ਬਚਪਨ ਤੋਂ ਹੀ ਕਿ ਮੈਨੂੰ ਲੋਕ ਕਿਹਾ ਕਰਨਗੇ ਵੀ ਇਹ ਤਾਂ ਬੜਾ ਵੱਡਾ ਸੰਗੀਤਕਾਰ ਆ ਗਿਆ ਵੀ ਦੁਨੀਆ 'ਚ, ਵੀ ਇੰਨੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ। ਅਦਰਵਾਈਜ਼ ਅਸੀਂ ਇੱਕ ਬਹੁਤ ਉਹਨਾਂ ਨੇ ਸਾਡੇ ਘਰ ਦੇ ਵਿੱਚ ਜਿਹੜਾ ਸੰਗੀਤ ਦਾ ਮਾਹੌਲ ਹੈ ਉਹਨੂੰ ਬੰਨ੍ਹ ਕੇ ਰੱਖਣ ਦੇ ਵਿੱਚ ਔਰ ਉਹਨੂੰ
ਮਤਲਬ ਵਧਣ ਫੁੱਲਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਤੇ ਇਸ ਤਰ੍ਹਾਂ ਅਸੀਂ ਇਹ ਫੈਮਿਲੀ ਜਿਹੜੀ ਉਹ ਸੰਗੀਤ ਦੀ ਸੇਵਾ 'ਚ ਲੱਗੇ ਹੋਏ ਸਾਰੇ। ਤੁਹਾਡੇ ਮਿਸਿਸ ਦਾ ਨਾਂ ਕੀ ਹੈ ਜੀ? ਉਹਨਾਂ ਦਾ ਨੀਲਮ ਸਿੰਘ। ਨੀਲਮ ਸਿੰਘ। ਨੀਲਮ ਸਿੰਘ। ਨੀਲਮ ਸੀਨ, ਬਹੁਤ ਵਧੀਆ, ਬਹੁਤ ਸੋਹਣਾ ਜੀ। ਔਰ ਜਿੱਥੇ ਇੰਨੇ ਮਹਾਨ ਫਨਕਾਰ ਹੋਣ ਜਿਸ ਘਰ ਦੇ ਵਿੱਚ ਹਰ ਵੇਲੇ ਸਰਸਵਤੀ ਮਾਂ ਨੂੰ ਜਿਹੜਾ ਵਾ ਪੂਜਿਆ ਜਾਂਦਾ ਹੋਵੇ, ਉਹਨਾਂ ਦਾ ਗੁਣਗਾਨ ਕੀਤਾ ਜਾਂਦਾ ਹੋਵੇ, ਤੇ ਜਿਹੜੀ ਸੇਵਾ ਵਾ ਉਹ ਇੱਕ ਦਿਨ ਰੰਗ ਜ਼ਰੂਰ ਵਿਖਾਉਂਦੀ ਆ ਜੀ। ਅਗਲੇ ਜਨਮ ਦੀ ਕੀ, ਜੇ ਤੁਸੀਂ ਚਾਹੋ ਤੇ ਇਸ ਜਨਮ ਦੇ ਵਿੱਚ ਹੀ ਉਹਨਾਂ ਨੂੰ ਤੁਸੀਂ ਸਟਾਰ ਬਣਾ ਸਕਦੇ ਜੇ, ਸਭ ਤੁਹਾਡੇ ਹੱਥ ਆ। ਤੇ ਜਿਹੜੇ ਤੁਹਾਡੇ ਪਿਤਾ ਜੀ ਨੇ ਇਸ ਵੇਲੇ 96 ਸਾਲ ਦੀ ਉਮਰ ਆ, ਅਜੇ ਵੀ ਕਦੀ ਕਦੀ ਪੇਸ਼ਕਾਰੀ ਕਰਨ ਚੱਲ ਜਾਂਦੇ ਜੀ? ਹਾਂ, ਨਹੀਂ ਬਾਹਰ ਤੇ ਨਹੀਂ ਕਰ ਰਹੇ ਕਾਫੀ ਸਾਲਾਂ ਤੋਂ। ਸਟੇਜ ਪਰ ਜਿੱਦਾਂ ਪਬਲਿਕ ਪਰਫਾਰਮੈਂਸ ਹੁੰਦੀਆਂ ਉਹ ਤੇ ਨਹੀਂ ਕਰਦੇ ਉਹ, ਲੇਕਿਨ ਇਹ ਹੈ ਕਿ ਘਰ ਵਿੱਚ ਉਹ ਜ਼ਰੂਰ ਕਦੀ ਉਹਨਾਂ ਦਾ ਮਨ ਆ ਜਾਂਦਾ। ਹਜੇ ਪਿਛਲੇ ਹਫਤੇ ਦੀ ਗੱਲ ਹੈ ਕਿ ਉਹਨਾਂ ਦਾ ਇੱਕਦਮ ਮਨ ਉਠਾਇਆ ਕਿ ਮੈਨੂੰ ਤਬਲਾ ਲਿਆ ਕੇ ਦਿਓ, ਮੇਰਾ ਬਹੁਤ ਮਨ ਕਰ ਰਿਹਾ ਤਬਲਾ ਵਜਾਉਣ ਨੂੰ। ਤੇ ਫਿਰ ਅਸੀਂ ਉਹ ਤਬਲਾ ਉਹਨਾਂ ਦੇ ਅੱਗੇ ਜਦੋਂ ਰੱਖਿਆ ਤੇ ਉਹ ਤਬਲਾ ਧਾਤੀ ਦਾ ਕੇ ਨਦਾ ਬੋਲ ਵਜਾਉਂਦੇ ਆ, ਔਰ ਇਸ ਉਮਰ 'ਚ એનર્ਜੀ ਨਾਲ ਵਜਾਉਂਦੇ। ਤੇ ਫਿਰ ਅਸੀਂ ਸਾਡੇ ਮਿਸਿਸ ਨੇ ਆਨਲਾਈਨ ਵਿੱਚ ਸਾਡੇ ਸਿਸਟਰ ਔਰ ਜੀਜਾ ਜੀ ਜਰਮਨ ਰਹਿੰਦੇ ਆ, ਉਹਨਾਂ ਦੇ ਨਾਲ ਲਿੰਕ ਜੋੜਦੇ ਆ। ਫਿਰ ਸਾਡੇ ਭਤੀਜੇ ਭਾਂਜੇ ਰਹਿੰਦੇ ਆਸਟ੍ਰੇਲੀਆ, ਉਹਨਾਂ ਨਾਲ ਚੰਡੀਗੜ੍ਹ, ਜਿੱਥੇ ਜਿੱਥੇ ਵੀ ਅਸੀਂ ਰਹਿੰਦੇ ਸਾਰੇ ਆਪਸ ਵਿੱਚ ਜੁੜ ਗਏ। ਉਹ ਸਾਰੇ ਉਹਨਾਂ ਦਾ ਤਬਲਾ ਬੰਦ ਸੁਣ। ਮੈਂ ਆਲ ਇੰਡੀਆ ਰੇਡੀਓ 'ਚ ਸੀਗਾ, ਮੈਨੂੰ ਵੀ ਉਹਨਾਂ ਨੇ ਵੀਡੀਓ ਕਾਲ ਕਰ ਲਈ ਉਸ ਵੇਲੇ, ਤੇ ਮੈਂ ਉੱਥੇ ਸਿਤਾਰ ਵਜਾ ਰਿਹਾ ਸੀ ਸਟੂਡੀਓ 'ਚ। ਤੇ ਅਸੀਂ ਤੁਸੀਂ ਦੇਖੋ ਵੀ ਉਸ ਵੇਲੇ ਵੀ ਸੰਗੀਤ ਦਾ ਮਾਹੌਲ ਹੀ ਬਣ ਗਿਆ ਕਿ ਜਿੰਨੇ ਜਿੰਨੇ ਦੇਸ਼ਾਂ 'ਚ ਕੋਈ ਬੈਠੇ ਆ ਸਾਰੇ ਉਹ ਦੇਖ ਰਹੇ ਕਿ ਪਿਤਾ ਜੀ ਤਬਲਾ ਵਜਾ ਰਹੇ ਆ ਔਰ ਮੈਂ ਉਹਨਾਂ ਨਾਲ ਸਿਤਾਰ ਵਜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਇੱਕ ਉਹਨਾਂ ਦਾ ਆਨਲਾਈਨ ਹੀ ਕਨਸਰਟ ਤੁਸੀਂ ਸਮਝਦੇ ਹੋ ਕਿ ਸ਼ੁਰੂ ਹੋ ਗਈ। ਤੇ ਉਹ ਅੱਜ ਦੀ ਡੇਟ ਦੇ ਵਿੱਚ ਇੱਕ ਬੜੀ ਸਾਡੇ ਵਾਸਤੇ ਬੜੀ ਪਰਿਵਾਰ ਵਾਸਤੇ ਖੁਸ਼ੀ ਦੀ ਗੱਲ ਸੀ ਕਿ ਉਹਨਾਂ ਨੇ ਇਸ ਅਵਸਥਾ ਦੇ ਵਿੱਚ ਵੀ 96 ਇਅਰਸ ਵੀ ਤਬਲਾ ਲੈ ਕੇ ਔਰ ਕਾਫੀ ਦੇਰ ਵਜਾਉਂਦੇ ਰਹੇ। ਤੇ ਅਜੇ ਵੀ ਉਹ ਸੰਗੀਤ ਨਾਲ ਉਹਦਾ ਜੁੜੇ ਆ। ਕਦੀ ਕਦੀ ਉਹਨਾਂ ਦਾ ਮਨ ਕਰਦਾ ਬੈਠ ਕੇ ਸੁਣਦੇ ਵੀ, ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਆ ਜਿਹੜੇ ਸੰਗੀਤ ਕਰ ਰਹੇ ਹੁੰਦੇ ਘਰ 'ਚ। ਤੇ ਇਸ ਤਰ੍ਹਾਂ ਦਾ ਉਹਨਾਂ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਹੈ। ਸੰਗੀਤ ਖੇਤਰ ਵਿੱਚ ਉਹਨਾਂ ਨੂੰ ਵੱਡੀਆਂ ਉਪਾਧੀਆਂ ਜਿਹੜੀਆਂ ਨਸੀਬ ਹੋਈਆਂ, ਅੱਗੇ ਜੇ ਇਹਨੂੰ ਪੀੜ੍ਹੀ ਦਰ ਪੀੜ੍ਹੀ ਕਹਿ ਲਈਏ ਕਿ ਤੁਸੀਂ ਅਗਲੇ ਬੰਨੇ ਲੈ ਤੁਰੇ ਹੋ, ਤੁਹਾਨੂੰ ਵੀ ਵੱਡੀਆਂ ਉਪਾਧੀਆਂ ਮਿਲੀਆਂ। ਅੱਗੇ ਬੇਟਾ ਬੇਟੀ ਜਿਹੜੇ ਉਹ ਵੀ ਲੈ ਤੁਰੇ ਆ, ਤੀਜੀ ਪੀੜ੍ਹੀ ਦੇ ਵਿੱਚ ਚੱਲ ਰਿਹਾ। ਅਕਸਰ ਗੱਲ ਹੁੰਦੀ ਆ ਕਦੀ ਕਦੀ ਤੁਹਾਡੇ ਫਾਦਰ ਸਾਹਿਬ ਤੁਹਾਡੇ ਨਾਲ ਗੱਲ ਕਰਦੇ ਹੋਣ ਕਿ ਜੋ ਮੈਂ ਸੋਚਿਆ ਸੀ ਜਾਂ ਜੋ ਮੇਰੀ ਤ੍ਰਿਸ਼ਨਾ ਸੀ ਉਹ ਮੇਰੀ ਪੂਰੀ ਹੋ ਰਹੀ ਆ। ਹਾਂਜੀ। ਇਹ ਇਸ ਤਰ੍ਹਾਂ ਦੀ ਗੱਲਾਂ ਤਾਂ ਹੁੰਦੀਆਂ, ਕਿਉਂਕਿ ਜਦੋਂ ਉਹ ਆਪਣੇ ਜੀਵਨ 'ਚ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ ਸੀ ਉਹ ਬਹੁਤ ਹੀ ਜ਼ਿਆਦਾ ਮੁਸ਼ਕਲ ਦਿਨ ਸੀਗੇ। ਜੇ ਮੈਂ ਬਿਫੋਰ ਪਾਰਟੀਸ਼ਨ ਦੀ ਗੱਲ ਕਰ ਰਿਹਾ ਇੰਡੀਆ ਦੀ 1947 ਤੋਂ ਪਹਿਲੇ। ਤੇ ਜਦੋਂ ਉਹਨਾਂ ਨੇ ਸੰਗੀਤ ਸਿੱਖਣਾ ਚਾਹਿਆ ਸੀ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਸਾਡੇ ਜਿਹੜੇ ਦਾਦਾ ਜੀ ਸੀ ਉਹਨਾਂ ਨੇ ਸੰਗੀਤ ਵਾਸਤੇ ਜਿਹੜੇ ਉਸ ਟਾਈਮ ਤੇ ਰਾਸਧਾਰੀ ਕਹਿੰਦੇ ਹੁੰਦੇ ਸੀ ਆਉਂਦੇ ਸੀ। ਰਾਸਧਾਰੀ ਵਾਲੇ ਜਿਹੜੇ ਰਾਸ ਲੀਲਾ ਪ੍ਰੈਜ਼ੈਂਟ ਕਰਦੇ ਸੀ ਪਿੰਡਾਂ 'ਚ ਜਾ ਕੇ, ਉਹਨਾਂ ਕੋਲ ਹੀ ਸੰਗੀਤ ਹੁੰਦਾ ਸੀ। ਉਹਦੇ ਵਿੱਚ ਹੀ ਵੱਡੇ ਵੱਡੇ ਉਸਤਾਦ ਵੀ ਜਿਹੜੇ ਹੁੰਦੇ ਸੀ ਉਸ ਵੇਲੇ ਜੁੜੇ ਸੀ ਉਸ ਚੀਜ਼ ਨਾਲ। ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਥੀਏਟਰ ਦੇਖਦੇ ਹਾਂ ਜਾਂ ਫਿਲਮ ਬਾਲੀਵੁੱਡ ਕਹਿ ਸਕਦੇ ਹਾਂ, ਜਿੱਦਾਂ ਉਸ ਟਾਈਮ ਤੇ ਉਹੀ ਬਾਲੀਵੁੱਡ ਸੀਗਾ। ਤੇ ਉਹ ਪ੍ਰੋਗਰਾਮ ਕਰਦੇ ਸੀ, ਫਿਰ ਉਹਨਾਂ ਵਿੱਚ ਹੀ ਉਸਤਾਦ ਜੁੜੇ ਹੁੰਦੇ ਸੀ। ਸਾਡੇ ਪਿਤਾ ਜੀ ਨੂੰ ਪਹਿਲੇ ਉਹਨਾਂ ਕੋਲ ਤਾਲੀਮ ਮਿਲੀ ਸੀ, ਲੇਕਿਨ ਜਦੋਂ ਇਹਨਾਂ ਨੇ ਥੋੜ੍ਹਾ ਜਿਹਾ ਸਿੱਖ ਲਿਆ ਤੇ ਇਹ ਅੱਗੇ ਹੋਰ ਸਿੱਖਣਾ ਚਾਹੁੰਦੇ ਸੀ। ਤੇ ਉਹ ਕਹਿੰਦੇ ਵੀ ਅਸੀਂ ਤੇ ਇੰਨਾ ਕੁ ਲਿਮਟਿਡ ਹੀ ਸਿੱਖਿਆ, ਤੇ ਜੇ ਤੁਸੀਂ ਤਬਲਾ ਬਹੁਤ ਵਧੀਆ ਲੈਵਲ ਤੇ ਸਿੱਖਣਾ ਚਾਹੁੰਦੇ ਹੋ ਤੇ ਫਿਰ ਤੁਹਾਨੂੰ ਮੀਆਂ ਕਾਦਰ ਬਖਸ਼ ਜੀ ਕੋਲ ਲਾਹੌਰ ਜਾਣਾ ਚਾਹੀਦਾ ਸਿੱਖਣ। ਤੇ ਕਹਿੰਦੇ ਜਦੋਂ ਮੈਂ ਗੱਲ ਕੀਤੀ ਪਿਤਾ ਜੀ ਨਾਲ ਤੇ ਉਹ ਤੇ ਉਲਟਾ ਨਾਰਾਜ਼ ਹੋ ਗਏ, ਕਹਿੰਦੇ ਅਸੀਂ ਤੇ ਤੇਰਾ ਸ਼ੌਕ ਪੂਰਾ ਕਰਨ ਵਾਸਤੇ ਸਿਖਾਇਆ ਸੀ ਤੈਨੂੰ, ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਤੂੰ ਇੰਨਾ ਸੀਰੀਅਸ ਅੰਦਰੋਂ ਹੈਗਾ, ਗੰਭੀਰ ਹੈਗਾ। ਤੇ ਫਿਰ ਉਹਨਾਂ ਨੇ ਬੜਾ ਮਤਲਬ ਪਹਿਲੇ ਤੇ ਉਹ ਥੋੜ੍ਹਾ ਵਿਰੋਧ ਕਰਦੇ ਰਹੇ ਸੀ ਸ਼ੁਰੂ 'ਚ, ਲੇਕਿਨ ਉਹਨਾਂ ਨੂੰ ਪਤਾ ਸੀ ਕਿ ਇਹਦੀ ਲਗਨ ਬਹੁਤ ਹੈ ਤੇ ਅਲਟੀਮੇਟਲੀ ਉਹ ਮੰਨ ਗਏ। ਫਿਰ ਉਹਨਾਂ ਨੇ ਬਕਾਇਦਾ ਇਹਨਾਂ ਨੂੰ ਲਾਹੌਰ ਸਿੱਖਣ ਭੇਜਿਆ। ਤੇ ਤੁਸੀਂ ਦੇਖਦੇ ਹੋ ਜ਼ਮਾਨੇ ਪੈਦਲ ਦੇ ਸੀਗੇ ਜਾਂ ਬੱਗੀਆਂ 'ਚ, ਘੋੜਾ ਬੱਗੀ ਜਿਹੜੀਆਂ ਹੁੰਦੀਆਂ ਸੀ ਇਹਨਾਂ ਨੇ ਜਾਣਾ ਟਾਂਗਿਆਂ 'ਚ, ਜਾਂ ਹੋਰ ਕਿਸੇ ਤਰੀਕੇ ਨਾਲ ਪੈਦਲ ਜ਼ਿਆਦਾਤਰ ਯਾਤਰਾ ਕਰਨੀ। ਤੇ ਮਤਲਬ ਉੱਥੋਂ ਜੰਮੂੋਂ ਚੱਲ ਕੇ ਉਸ ਏਰੀਏ 'ਚ ਰਹਿੰਦੇ ਸੀ ਤੇ ਉੱਥੋਂ ਲਾਹੌਰ ਪਹੁੰਚੇ। ਤੇ ਇੱਦਾਂ ਇਹਨਾਂ ਨੇ ਬੜੇ ਮੁਸ਼ਕਲ ਸਮੇਂ ਰਹਿ ਕੇ ਉੱਥੇ ਸਿੱਖਿਆ, ਘਰੋਂ ਦੂਰ ਰਹਿੰਦੇ ਸੀਗੇ। ਫਿਰ ਤੇ ਸਾਨੂੰ ਬਚਪਨ ਦੇ ਦੱਸਦੇ ਹੁੰਦੇ ਤੇ ਇਹਨਾਂ ਦੀ ਫਿਰ ਬੜੀ ਤ੍ਰਿਸ਼ਨਾ ਸੀ, ਮਤਲਬ ਇਹ ਚਾਹਨਾ ਸੀਗੀ ਉਹਨਾਂ ਦੀ ਕਿ ਮੈਂ ਤੇ ਸੰਗੀਤ ਕੀਤਾ ਹੀ, ਹੁਣ ਅੱਗੇ ਜਿਹੜਾ ਮੇਰਾ ਪਰਿਵਾਰ ਹੋਵੇ ਉਹ ਵੀ ਸੰਗੀਤ ਨਾਲ ਜੁੜੇ। ਇਸ ਕਰਕੇ ਉਹਨਾਂ ਨੇ ਘਰ ਨੂੰ ਨਾਮ ਦਿੱਤਾ ਸੀ ਸੰਗੀਤ ਵਿਲਾਸ। ਤੇ ਸੰਗੀਤ ਵਿਲਾਸ ਦਾ ਮਤਲਬ ਹੁੰਦਾ ਜਿੱਥੇ 2400 ਘੰਟੇ ਜਿਹੜਾ ਉਹ ਸੰਗੀਤ ਦਾ ਮਾਹੌਲ ਬਣਿਆ ਰਹੇ, ਜਿੱਥੇ ਸੰਗੀਤ ਚੱਲਦਾ ਰਹਿੰਦਾ। ਤੇ ਇਸ ਤਰ੍ਹਾਂ ਦੀ ਮੇਰੀ ਇੱਛਾ ਸੀ ਜਿਹੜੀ ਕਿ ਫਿਰ ਸਾਡੇ ਪਰਿਵਾਰ 'ਚ ਸੰਗੀਤ ਜਦੋਂ ਆਇਆ ਤੇ ਉਹ ਸਾਰੇ ਪਰਿਵਾਰ ਨੇ ਉਹ 'ਚ ਹੋਰ ਵੀ ਭੈਣਾਂ ਭਰਾਵਾਂ ਨੇ ਫੋਲੋ ਕੀਤਾ, ਸਾਰੇ ਥੋੜ੍ਹੇ ਜੁੜੇ ਆ। ਲੇਕਿਨ ਮੇਰੇ ਤੇ ਉਹਨਾਂ ਦੀ ਵਿਸ਼ੇਸ਼ ਕਿਰਪਾ ਰਹੀ ਪਰਮਾਤਮਾ ਦੀ ਕਿ ਮੈਂ ਉਹਨੂੰ ਹੋਰ ਅੱਗੇ ਲਿਜਾ ਸਕਿਆ ਵਧੀਆ ਢੰਗ ਨਾਲ। ਤੇ ਅੱਜ ਟੌਪ ਜਿਹੜਾ ਆਰਟਿਸਟ ਆ ਤੇ ਉਹ ਮੈਂ ਹੁਣ ਵੀ ਕਰ ਰਿਹਾ ਪ੍ਰਯਾਸ। ਤੇ ਇਹ ਦੇਖ ਕੇ ਅੱਗੋਂ ਹੁਣ ਬੱਚਿਆਂ ਨੂੰ ਦੇਖ ਕੇ ਆਪਣੇ ਪੋਤੇ ਔਰ ਪੋਤੀ ਨੂੰ ਉਹ ਬਹੁਤ ਖੁਸ਼ ਹੁੰਦੇ ਆ ਕਿ ਉਹਨਾਂ ਨੇ ਅਗਲੀ ਨੈਕਸਟ ਜਨਰੇਸ਼ਨ ਨੇ ਵੀ ਜਿਹੜੀ ਕਿ ਅੱਜ ਕੱਲ੍ਹ ਦੀ ਯੰਗ ਜਨਰੇਸ਼ਨ ਹੈ, ਸੋ ਉਹ ਵੀ ਉਸ ਚੀਜ਼ ਨੂੰ ਕੰਟੀਨਿਊ ਕੀਤਾ ਉਹਨਾਂ ਨੇ ਔਰ ਬੜੇ ਅੱਛੇ ਢੰਗ ਨਾਲ ਸਿੱਖਿਆ ਕਲਾਸੀਕਲ ਸਾਡਾ ਭਾਰਤੀ ਸ਼ਾਸਤਰੀ ਸੰਗੀਤ। ਔਰ ਜੋ ਸਾਡੇ ਗੁਰੂ ਮਹਾਰਾਜ ਕਹਿੰਦੇ ਨੇ ਸਾਨੂੰ ਕਿ ਰਾਗ ਨਾਦ ਸ਼ਬਦ ਸੋਹਣੇ ਜਾ ਲਾਗੇ ਸਹਿਜ ਧਿਆਨ,
ਤੋ ਇਸ ਤਰ੍ਹਾਂ ਦੀ ਜਿਹੜੀ ਅਸੀਂ ਮਾਹੌਲ 'ਚ ਰਹਿੰਦੇ ਹਾਂ ਇਸ ਧਰਤੀ ਦੇ, ਤੇ ਉਸ ਚੀਜ਼ ਨਾਲ ਬੱਚੇ ਜੁੜੇ ਹੋਏ ਆ ਔਰ ਸੰਗੀਤ ਨੂੰ ਸਿੱਖ ਰਹੇ ਆ। ਤੁਸੀਂ ਆਪਣੀਆਂ ਪੇਸ਼ਕਾਰੀਆਂ ਦੌਰਾਨ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਕੀਤੀਆਂ, ਬਾਕੀ ਸਾਰਿਆਂ ਦੇ ਨਾਂ ਲਏ ਆ, ਪਾਕਿਸਤਾਨ ਦੇ ਵਿੱਚ ਵੀ ਬੜੇ ਵੱਡੇ ਵੱਡੇ ਘਰਾਣੇ ਨੇ ਸੰਗੀਤ ਦੇ। ਹਾਂਜੀ। ਤੁਸੀਂ ਪਾਕਿਸਤਾਨ ਦਾ ਜ਼ਿਕਰ ਨਹੀਂ ਕੀਤਾ, ਕੀ ਕਦੀ ਗਏ ਹੀ ਨਹੀਂ ਜਾਂ ਜਾਣ ਦਾ ਸਬੱਬ ਨਹੀਂ ਬਣਿਆ, ਜਾਂ ਹੋ ਆਏ ਹੋ ਤੇ ਉਹ ਦੱਸਣ ਦਾ ਜਿਹੜਾ ਵਾ ਚੇਤਾ ਨਹੀਂ ਰਿਹਾ? ਹਾਂ ਨਹੀਂ, ਮੇਰਾ ਜਾਣ ਦਾ ਨਹੀਂ ਬਣਿਆ ਕਦੀ ਇਸ ਤਰ੍ਹਾਂ ਦਾ ਉੱਥੇ ਸਬਬ, ਕਿਉਂਕਿ ਉਹ ਕੋਈ ਸਮਾਂ ਹੀ ਹੁੰਦਾ ਹੈ ਵੀ ਜਦੋਂ ਸਮਾਂ ਆਏਗਾ ਕੱਲ ਨੂੰ ਅਗਰ ਉਹ ਬੁਲਾਉਂਦੇ ਆ ਜਾਂ ਐਸਾ ਕੁਝ ਮਾਹੌਲ ਬਣਦਾ ਤਾਂ ਜ਼ਰੂਰ ਜਾਵਾਂਗੇ, ਕਿਉਂਕਿ ਉਹ ਸਾਡਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹ ਤੇ ਇੱਕੋ ਹੀ ਧਰਤੀ ਮੰਨਦੇ ਹਾਂ ਅਸੀਂ, ਦਿਲਾਂ 'ਚ ਤਾਂ ਸਾਡੇ ਇਹੀ ਹੈ ਕਿ ਉਹ ਸਾਡੇ ਹੀ ਸਾਰੇ ਭਰਾ ਭੈਣ ਰਹਿੰਦੇ ਸਾਰੇ ਉੱਥੇ। ਸਾਡੇ ਵੀ ਹਜੇ ਬਜ਼ੁਰਗ, ਸਾਡੇ ਪਿਤਾ ਜੀ ਬਹੁਤ ਗੱਲਾਂ ਸੁਣਾਉਂਦੇ ਆ ਉੱਥੇ ਦੀਆਂ, ਕਿਉਂਕਿ ਉਹ ਕਾਫੀ ਸਮਾਂ ਉਹਨਾਂ ਨੇ ਬਿਤਾਇਆ ਉੱਥੇ ਲਾਹੌਰ ਦੇ ਵਿੱਚ। ਤੇ ਇਸ ਤਰ੍ਹਾਂ ਦਾ ਸਬਬ ਨਹੀਂ ਬਣਿਆ, ਲੇਕਿਨ ਕੱਲ ਨੂੰ ਅਗਰ ਕੋਈ ਇਸ ਤਰ੍ਹਾਂ ਦਾ ਮੌਕਾ ਬਣਦਾ ਉੱਥੇ ਜਾਣ ਦਾ, ਅਗਰ ਪੇਸ਼ਕਾਰੀ ਕਰਨ ਵਾਸਤੇ ਸਿਤਾਰ ਵਾਦਨ, ਤੇ ਜ਼ਰੂਰ ਜਾਣਾ ਹੋਵੇਗਾ। ਅੱਜ ਤਾਲ ਰੰਗ ਦੇ ਬੈਨਰ ਹੇਠ ਤੁਹਾਡੀ ਸਿਤਾਰ ਵਾਦਨ ਦੀ ਪੇਸ਼ਕਾਰੀ ਵੀ ਆ। ਇਹਦੇ ਵਿੱਚ ਜਿਹੜਾ ਵਾ ਦਰਸ਼ਕਾਂ ਦੇ, ਸਰੋਤਿਆਂ ਦੇ, ਨਵੇਂ ਵਿਦਿਆਰਥੀਆਂ ਦੇ ਰੂਬਰੂ ਕਿਹੜੀ ਕਿਹੜੀ ਚੀਜ਼ ਕਰਨ ਜਾ ਰਹੇ ਹੋ? ਅੱਛਾ, ਵੈਸੇ ਤੇ ਹਰ ਰਾਗ ਦੇ ਵਿੱਚ ਕੋਈ ਨਾ ਕੋਈ ਆਪਣੀ ਖਾਸੀਅਤ ਹੈ, ਔਰ ਕੋਈ ਵੀ ਰਾਗ ਵਜਾਓ ਤੇ ਉਹ ਤੁਹਾਨੂੰ ਕੁਝ ਨਾ ਕੋਈ ਨਵਾਂ ਐਕਸਪੀਰੀਅੰਸ ਹੁੰਦਾ ਹਰ ਵਾਰੀ। ਤੇ ਅੱਜ ਮੇਰੀ ਕੋਸ਼ਿਸ਼ ਹੈ ਇੱਕ ਰਾਗ ਜਿਹੜਾ ਕਿ ਬੜਾ ਪ੍ਰਸਿੱਧ ਰਾਗ ਹੈ ਪੰਜਾਬ 'ਚ ਵੀ, ਉਹਨੂੰ ਬੜਾ ਪ੍ਰਯੋਗ ਕੀਤਾ ਗਿਆ, ਰਾਗ ਚਾਰੂਕੇਸ਼ੀ, ਜਿਹਦੇ ਵਿੱਚ ਤੁਸੀਂ ਇੱਕ ਬੜਾ ਮਸ਼ਹੂਰ ਗੀਤ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਵੀ ਸੁਣਿਆ ਹੋਏਗਾ, ਚਰਖੇ ਦੀ ਮਿੱਠੀ ਮਿੱਠੀ ਕੂਕ ਮਾਈਆ ਮੈਨੂੰ ਯਾਦ ਆਉਂਦਾ। ਇਹ ਜਿਹੜੀ ਕੰਪੋਜੀਸ਼ਨ ਹੈ ਇਹ ਰਾਗ ਚਾਰੂਕੇਸ਼ੀ 'ਚ ਹੈ। ਇਸ ਤਰ੍ਹਾਂ ਹੀ ਸਾਡੇ ਪੰਜਾਬ ਦਾ ਬੜਾ ਮਸ਼ਹੂਰ ਗੀਤ ਜਿਹੜਾ ਹੈ ਬਾਬਲ ਦੇ ਉੱਪਰ ਬਣਿਆ ਹੈ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲਾ ਅਸਾਂ ਉੱਡ ਜਾਣਾ। ਤੇ ਇਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਮਤਲਬ ਰਾਗ ਨੇ, ਉਹ ਚਾਰੂਕੇਸ਼ੀ ਰਾਗ ਦੇ ਵਿੱਚ ਮਤਲਬ ਇਹ ਸਾਰੇ ਗੀਤ ਹੈਗੇ ਨੇ। ਤੇ ਤੁਸੀਂ ਦੇਖੋ, ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦ ਆਮਦਾ। ਤੋ ਅੱਜ ਇਹ ਵਾਲਾ ਰਾਗ ਜਿਹੜਾ ਚਾਰੂਕੇਸ਼ੀ ਹੈ ਇਹ ਪ੍ਰਸਤੁਤ ਕਰਨ ਦੀ ਮੇਰੀ ਇੱਛਾ ਹੈ। ਔਰ ਇਸ ਤੋਂ ਇਲਾਵਾ ਜੇ ਥੋੜ੍ਹਾ ਸਮਾਂ ਮਿਲਿਆ, ਅਗਰ ਸਿਧਾਰਥ ਜੀ ਨੇ ਕੁਛ ਸਾਨੂੰ ਟਾਈਮ ਵਿੱਚ ਥੋੜ੍ਹਾ ਦੇਤਾ ਹੋਰ, ਤੇ ਫਿਰ ਬਾਗੇਸ਼ਰੀ ਰਾਗ ਦੇ ਵਿੱਚ ਇੱਕ ਬੰਦਿਸ਼, ਔਰ ਫਿਰ ਇੱਕ ਧੁਨ ਮੈਂ ਪ੍ਰਸਤੁਤ ਕਰਦਾ ਹੁੰਦਾ ਜਿਹਦੇ 'ਚ ਕਈ ਰੰਗ ਆ ਜਾਂਦੇ ਆ। ਮੈਂ ਬਹੁਤ ਸਾਲ ਪਹਿਲੇ ਇੱਕ DAV ਇੱਥੇ ਅੰਮ੍ਰਿਤਸਰ ਦੇ ਵਿੱਚ ਕਾਲਜ 'ਚ ਇੱਕ ਪ੍ਰੋਗਰਾਮ ਪੇਸ਼ ਕੀਤਾ ਸੀ, ਉਹਨਾਂ ਨੇ ਬੁਲਾਇਆ ਸੀਗਾ ਮੈਨੂੰ। ਉਹਦੇ ਵਿੱਚ ਮੇਰੀ ਕੋਸ਼ਿਸ਼ ਸੀ ਕਿ ਪੰਜਾਬ ਦੇ ਜਿੰਨੇ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਗੀਤ ਆ ਉਹ ਮੈਂ ਵਜਾਵਾਂ ਉਸ ਦੇ ਵਿੱਚ। ਤੁਸੀਂ ਹੈਰਾਨ ਹੋਗੇ, ਮੈਂ 10 ਤੋਂ 15 ਲੋਕ ਗੀਤ ਆਪਣੀ ਪਰਫਾਰਮੈਂਸ ਦੇ ਬਜਾਏ, ਜਦ ਕਿ ਲੋਕਾਂ ਨੇ ਬਹੁਤ ਇੰਜੋਏ ਕੀਤਾ, ਜਿੱਥੇ ਤੱਕ ਕਿ ਮਿਰਜ਼ਾ ਵਗੈਰਾ ਵੀ, ਹੀਰ ਤੇ ਮੈਂ ਅਕਸਰ ਵਜਾਨਾ, ਤੁਹਾਨੂੰ ਹੋਰ ਵੀ ਦੱਸੇ ਪੰਜਾਬ ਦੇ ਜਿੰਨੇ ਲੋਕ ਗੀਤ ਨੇ ਉਹ ਮੈਂ ਉਹ 'ਚ ਪੇਸ਼ਕਾਰੀ ਕੀਤੀ, ਤੇ ਉਹ ਬੜੀ ਯਾਦਗਾਰੀ ਉਸ ਲਈ ਪੇਸ਼ਕਾਰੀ ਬਣੀ। ਔਰ ਮੈਨੂੰ ਤਾਂ ਇੱਦਾਂ ਦੇ ਐਕਸਪੀਰੀਅੰਸ, ਕਈ ਸਪਿਰਿਚੁਅਲ ਐਕਸਪੀਰੀਅੰਸ ਵੀ ਹੁੰਦੇ ਨੇ ਕਿ ਮੈਨੂੰ 15-16 ਸਾਲ ਦੇ ਬੱਚੇ ਕਈ ਵਾਰੀ ਆਸ਼ੀਰਵਾਦ ਦੇ ਕੇ ਵੀ ਜਾਂਦੇ ਆ, ਤਾਂ ਮੈਨੂੰ ਉਦੋਂ ਬੜਾ ਮੈਂ ਅੰਦਰੋਂ ਭਾਵੁਕ ਹੁੰਦਾ ਔਰ ਪਰਮਾਤਮਾ ਨੂੰ ਯਾਦ ਕਰਦਾ। ਇੱਕ ਵਾਰੀ ਮੈਨੂੰ ਇੱਕ ਬੱਚੇ ਨੇ ਇੱਥੇ ਅੰਮ੍ਰਿਤਸਰ 'ਚ ਮੇਰੀ ਪਰਫਾਰਮੈਂਸ ਸੁਣਨ ਤੋਂ ਬਾਅਦ ਮੈਨੂੰ ਆਸ਼ੀਰਵਾਦ ਦਿੱਤਾ ਸੀ ਕਿ ਤੁਹਾਡੀ ਇੰਨੀ ਉਮਰ ਹੋਵੇ ਜਿੰਨੀ ਲੋਕ ਗੀਤਾਂ ਦੀ ਹੁੰਦੀ ਹੈ। ਤਾਂ ਮੈਂ ਉਸ ਚੀਜ਼ ਨੂੰ ਸੁਣ ਕੇ ਬੜਾ ਮੈਂ ਅੱਜ ਤੱਕ ਯਾਦ ਰੱਖਿਆ ਇਸ ਚੀਜ਼ ਨੂੰ। ਕੋਈ 10-12 ਸਾਲ ਹੋ ਗਏ ਇਸ ਘਟਨਾ ਨੂੰ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਔਰ ਬੱਚਿਆਂ ਨੂੰ ਜੁੜਦੇ ਦੇਖ ਕੇ ਜਾਂ ਉਹਨਾਂ ਨੂੰ ਆਨੰਦ ਲੈਂਦੇ ਦੇਖ ਕੇ ਤਾਂ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਆਪਣਾ ਯੋਗਦਾਨ ਇਸ ਤਰੀਕੇ ਦਾ ਪਾ ਰਹੇ ਹਾਂ ਕਿ ਹਜੇ ਵੀ ਉਹ ਤਾਰ ਜਿਹੜੀ ਹੈ ਉਹ ਜੁੜੀ ਹੋਈ ਹੈ ਯੰਗ ਜਨਰੇਸ਼ਨ ਦੇ ਨਾਲ ਵੀ। ਬਹੁਤ ਸੋਹਣੀ ਗੱਲ। ਔਰ ਮੈਂ ਵੀ ਖੁਦ ਅੰਦਰੋਂ ਜਦੋਂ ਤੁਸੀਂ ਬੜਾ ਹੀ ਇੱਕ ਰੂਹ ਨੂੰ ਸਕੂਨ ਮਿਲਣ ਵਾਲਾ ਜਿਹੜਾ ਸੰਗੀਤ ਜਦੋਂ ਆਵੇ ਸਾਹਮਣੇ, ਤੇ ਬੰਦਾਂ ਜਿਹੜੀਆਂ ਜੋੜੀ ਜਾਂਦੀਆਂ ਵਾ, ਤੁਸੀਂ ਦੱਸਿਆ ਕਿ 15-16 ਸਾਲ ਦੀ ਉਮਰ ਦਾ ਬੱਚਾ, ਤੇ ਉਹ ਵੀ ਤੁਹਾਨੂੰ ਦੁਆਵਾਂ ਦੇ ਕੇ ਗਿਆ, ਸ਼ੁਭ ਕਾਮਨਾ ਦੇ ਕੇ ਗਿਆ ਕਿ ਵੱਡੀ ਉਮਰ ਹੋਵੇ। ਉਹ ਤੁਹਾਡੀ ਕਲਾ ਦੀ ਵੱਡੀ ਉਮਰ ਲੱਭਦੇ ਆ ਲੋਕ। ਇਹ ਜਦੋਂ ਦਰਸ਼ਕ ਜਿਹੜੇ ਆ ਉਹਨਾਂ ਦਾ ਸੰਗੀਤ ਦੇ ਨਾਲ ਰੂਹਾਨੀ ਰਿਸ਼ਤਾ ਵੱਧ ਜਾਂਦਾ ਨਾ, ਜਦੋਂ ਅੱਖਾਂ ਮੀਚ ਕੇ ਤੇ ਸਿੱਧਾ ਨਾਲ ਦੀ ਨਾਲ ਹੀ ਤਾਰਾਂ ਜੁੜ ਜਾਂਦੀਆਂ ਵਾ, ਤੇ ਉਹ ਦਿਲੋਂ ਦੁਆਵਾਂ ਹੀ ਉੱਠਦੀਆਂ ਨੇ। ਤੇ ਸਾਡੇ ਵੱਲੋਂ ਵੀ ਦਿਲੋਂ ਦੁਆਵਾਂ ਕਿ ਮਨੂ ਸਿੰਘ ਜੀ ਤੁਹਾਡੀਆਂ ਇੰਨੀਆਂ ਲੰਬੀਆਂ ਉਮਰਾਂ ਹੋਣ ਕਿ ਜੀਰਵਾਂ ਨਾਲ ਲੱਗਦੀਆਂ ਜਾਣ, ਇਹ ਸਾਡੇ ਵੱਲੋਂ ਦੁਆਵਾਂ ਵਾ। ਔਰ ਐਪੀਸੋਡ 41 ਦੇ ਵਿੱਚ ਅੱਜ ਤੁਸੀਂ ਸਾਰਿਆਂ ਨੇ ਨੇੜਿਓਂ ਹੋ ਕੇ ਸੁਣਿਆ ਪ੍ਰਸਿੱਧ ਸਿਤਾਰ ਵਾਦਕ ਮਨੂ ਸਿੰਘ ਜੀ ਨੂੰ। ਅੰਦਰ ਦੀਆਂ ਗੱਲਾਂ ਹੋਈਆਂ ਨੇ, ਕਿੱਥੇ ਕਿੱਥੇ ਜਾ ਕੇ ਪੇਸ਼ਕਾਰੀਆਂ ਕੀਤੀਆਂ, ਉਹ ਸਾਰਾ ਕੁਝ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਦੇ ਪੜਾਅ ਦਰ ਪੜਾਅ ਸਾਰੀਆਂ ਗੱਲਾਂ ਹੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵਾ। ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਮੇਰੇ ਦੋਸਤ ਨਵਦੀਪ ਸੋਤਾ ਜੀ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਆ। ਤੇ ਦੋਸਤੋ, ਦਿਲੋਂ ਵਾਅਦਾ ਵਾ ਕਿ ਅਗਲੇ ਹਫਤੇ ਵੀ
ਤੁਹਾਡੇ ਰੂਬਰੂ ਵਧੀਆ ਸ਼ਖਸੀਅਤ ਲੈ ਕੇ ਹਾਜ਼ਰ ਹੋਵਾਂਗੇ। ਦਿਓ ਇਜਾਜ਼ਤ, ਧੰਨਵਾਦ। ਹੁਣ ਸਾਡੇ ਨਾਲ ਮੌਜੂਦ ਨੇ ਮਨੂ ਸਿੰਘ ਜੀ ਦੇ ਪਤਨੀ ਨੀਲਮ ਸਿੰਘ ਜੀ। ਜਿਸ ਤਰ੍ਹਾਂ ਮਨੂ ਜੀ ਨੇ ਦੱਸਿਆ ਕਿ ਪਰਿਵਾਰ ਦੇ ਵਿੱਚ 4 ਜਣੇ ਜਿਹੜੇ ਨੇ ਉਹ ਕਲਾਕਾਰ ਨੇ, ਤੇ 4 ਕਲਾਕਾਰਾਂ ਨੂੰ ਸਾਂਭਣਾ, ਸਮੇਂ-ਸਮੇਂ 'ਤੇ ਉਹਨਾਂ ਨੂੰ ਜਗਾਉਣਾ, ਉਠਾਉਣਾ, ਫਿਰ ਜਿਹੜੀਆਂ ਪੇਸ਼ਕਾਰੀਆਂ ਜਿੱਥੇ ਕਰਨ ਜਾਣੀਆਂ ਹੁੰਦੀਆਂ ਉੱਥੋਂ ਦਾ ਟਾਈਮ ਟੇਬਲ ਜਿਹੜਾ ਸਾਰਾ, ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਬੜੀ ਲਗਨ ਤੇ ਬੜੀ ਮਿਹਨਤ ਬੋਲਦੀ ਆ। ਤੇ ਮਿਹਨਤ ਤੇ ਲਗਨ ਦਾ ਜਿਹੜਾ ਨਮੂਨਾ ਵਾ ਉਹ ਤੇ ਬਿਲਕੁਲ ਤੁਹਾਡੇ ਸਾਹਮਣੇ ਆ ਨੀਲਮ ਸਿੰਘ ਜੀ। ਤੇ ਇਹਨਾਂ ਦੇ ਮੂੰਹੋਂ ਸੁਣਦੇ ਆ ਕਿ ਕਿਵੇਂ ਜਿਹੜਾ ਵਾ ਉਹ ਪਰਿਵਾਰ ਦੇ ਨਾਲ ਇਹਨਾਂ ਨੂੰ ਅੱਗੇ ਵਧਾ ਰਹੇ ਆ। ਨਮਸਕਾਰ ਜੀ, ਪਹਿਲੇ ਤੁਹਾਨੂੰ ਸਾਰਿਆਂ ਨੂੰ ਦੇਖੋ, ਕਹਿੰਦੇ ਕਿ ਅਗਰ ਇੱਕ ਕਲਾਕਾਰ ਨੂੰ ਸੰਭਾਲਣਾ ਹੋਵੇ ਨਾ, ਇੱਕ ਕਲਾਕਾਰ ਨਹੀਂ ਸੰਭਾਲਿਆ ਜਾਂਦਾ। ਔਰ ਇਹ ਹੈਗਾ ਕਿ ਮੈਂ ਘਰ 'ਚ 4 ਕਲਾਕਾਰ ਨੂੰ ਦੇਖਦੀ ਹਾਂ, ਔਰ ਇਹਨਾਂ 4 ਨੂੰ ਹੀ ਇਹਨਾਂ ਦੇ ਮੂਡ ਨਾਲ ਮੈਂ ਦੇਖਣਾ ਹੁੰਦਾ। ਉਹਦੇ 'ਚ ਮੇਰਾ ਮੂਡ ਕੋਈ ਮਾਇਨੇ ਨਹੀਂ ਰੱਖਦਾ, ਕਿਉਂਕਿ ਮੈਂ ਸੋਚਦੀ ਹਾਂ ਕਿ ਮੈਂ ਸੁਸਾਇਟੀ ਨੂੰ ਅਗਰ ਕੁਝ ਦੇ ਸਕਦੀ ਹਾਂ, ਅਗਰ ਮੈਂ ਇੱਕ ਅੱਛੇ ਘਰ 'ਚ ਆਈ ਹਾਂ ਤਾਂ ਮੈਂ ਉਸ ਅੱਛੇ ਘਰ ਤੋਂ ਕੁਝ ਲੈ ਕੇ, ਜੋ ਬੱਚੇ ਹੈ ਉਹਨਾਂ ਵਿੱਚ ਮੈਂ ਇੱਕ ਅੱਛੀ ਮਤਲਬ ਕੋਈ ਸਿੱਖਿਆ ਦੇ ਕੇ ਜਾਵਾਂ ਉਹਨਾਂ ਨੂੰ, ਕਿ ਜੋ ਮੇਰੇ ਅੰਦਰ ਦਾ ਭਾਵ ਹੈ ਉਹ ਮਿਊਜ਼ਿਕ ਕਰ ਰਹੇ ਆ ਤਾਂ ਮੈਂ ਉਹਦੇ ਵਿੱਚ ਉਹਨਾਂ ਦੀ ਹੈਲਪ ਕਰਾਂ। ਕਿੱਥੇ ਕਿਹਦਾ ਪ੍ਰੋਗਰਾਮ ਹੈਗਾ, ਉਸ ਪ੍ਰੋਗਰਾਮ ਦੇ ਬਾਰੇ ਮੈਂ ਸੋਚ ਕੇ ਉਹਨਾਂ ਨੂੰ ਉਸ ਤਰੀਕੇ, ਜਿਸ ਤਰ੍ਹਾਂ ਮਨੂ ਜੀ ਨੇ ਅੱਜ ਇੱਥੇ ਆਉਣਾ ਸੀਗਾ ਤੇ ਮੇਰੇ ਦਿਮਾਗ 'ਚ 2-3 ਦਿਨ ਦਾ ਚੱਲਿਆ ਸੀਗਾ ਕਿ ਆਪਾਂ ਜਾਣਾ ਹੈ, ਉੱਥੇ ਕਿਸ ਤਰ੍ਹਾਂ ਕਰਨਾ ਹੈ, ਮਨੂ ਜੀ ਦੀ ਦੇਖ ਰੇਖ ਕਿਸ ਤਰ੍ਹਾਂ ਕਰਨੀ ਹੈ, ਮਤਲਬ ਬਹੁਤ ਚੀਜ਼ਾਂ ਹੈ। ਉਹ ਕੁਝ ਮਤਲਬ ਕਹਿ ਨਹੀਂ ਸਕਦਾ, ਉਹ ਅੰਦਰ ਤੁਹਾਡੇ ਭਾਵ ਹੁੰਦੇ ਆ। ਤਾਂ ਹਰ ਕਿਸੇ ਨੂੰ ਉਹਦੇ ਮੁਤਾਬਿਕ ਦੇਖਣਾ। ਮਨੂ ਜੀ ਕੋਈ ਰਾਗ ਵਜਾ ਰਿਹਾ, ਉਹਦੇ ਵਿੱਚ ਜਾ ਕੇ ਮੈਂ ਇਹਨਾਂ ਨੂੰ ਕਿਸ ਤਰ੍ਹਾਂ ਕੋਈ ਗੱਲ ਕਹਿਣੀ ਹੈ। ਬੇਟਾ ਆਪਣੇ ਰੂਮ 'ਚ ਵਜਾ ਰਿਹਾ, ਬੇਟੀ ਆਪਣੇ ਰੂਮ 'ਚ ਦੇਖ ਰਹੀ ਹੈ, ਪਿਤਾ ਜੀ ਆਪਣੇ ਲੱਗੇ ਹੈ। ਮਤਲਬ ਸਾਰਿਆਂ ਨੂੰ ਦੇਖ ਕੇ ਨਾ ਹੁਣ ਮੈਨੂੰ ਵੀ ਕਈ ਵਾਰੀ ਲੱਗਦਾ ਕਿ ਮੈਂ ਜਿਹੜੀ ਮੇਰੀ ਲਾਈਫ ਸੀਗੀ ਮੈਂ ਜਿੱਤ ਲਈ ਹੈ। ਵੈਸੇ ਮੈਂ ਜਿੱਤ ਲਈ ਹੈ, ਮਤਲਬ ਸਾਰੇ ਆਪਣੇ ਕੰਮ ਕਰ ਰਹੇ, ਔਰ ਮੈਂ ਥੋੜ੍ਹਾ ਜੋ ਵੀ ਮੇਰਾ ਯੋਗਦਾਨ ਹੁੰਦਾ ਇਹਨਾਂ ਦੇ ਪ੍ਰਤੀ ਉਹ ਮੈਂ ਨਿਭਾ ਰਹੀ ਹੈਗੀ ਆਪਣਾ। ਜਿਸ ਤਰ੍ਹਾਂ ਦਾ ਇਹਨਾਂ ਦਾ ਆਪਣਾ ਕਰਦੇ ਆ ਪ੍ਰੋਗਰਾਮ ਵਗੈਰਾ, ਔਰ ਮੈਂ ਜਿੰਨਾ ਵੀ ਮੇਰਾ ਹੁੰਦਾ ਹੈ ਦਿਨ ਰਾਤ, ਇਹ ਸਾਰੀ ਚੀਜ਼ਾਂ ਮੈਂ ਆਪਣੀ ਸਾਸੂ ਮਾਂ ਨੂੰ ਮੈਂ ਉਹਦਾ ਕ੍ਰੈਡਿਟ ਦੇਵਾਂਗੀ, ਆਪਣਾ ਮਨੂ ਜੀ ਦੇ ਮਦਰ ਨੂੰ। ਉਹਨਾਂ ਤੋਂ ਮੈਂ ਬਹੁਤ ਸਿੱਖਿਆ ਸੀਗਾ, ਕਿਉਂਕਿ ਜਦੋਂ ਮੇਰੀ ਮੈਰਿਜ ਨੂੰ 30 ਸਾਲ ਹੋ ਗਏ ਔਰ ਮੈਂ ਸ਼ੁਰੂ ਤੋਂ ਹੀ ਉਹਨਾਂ ਨੂੰ ਮੈਂ ਆਵਾਜ਼ ਕਰਨਾ ਸ਼ੁਰੂ ਕੀਤਾ, ਕਿਉਂਕਿ ਸਾਡੇ ਘਰ 'ਚ ਬਹੁਤ ਮਤਲਬ ਲੋਕੀ ਆਉਂਦੇ ਜਾਂਦੇ ਸੀ ਪਿਤਾ ਜੀ ਦੇ ਕੋਲ, ਤੇ ਮੈਂ ਦੇਖਣਾ ਕਿਸ ਤਰ੍ਹਾਂ ਹੈਂਡਲ ਕਰਦੇ। ਤਾਂ ਉਹੀ ਚੀਜ਼ਾਂ ਨੂੰ ਮੈਂ ਲੈ ਕੇ ਚੱਲੀ, ਔਰ ਅੱਜ ਦਿਨ ਤੱਕ ਕਿ ਗੁਰੂ ਮਹਾਰਾਜ ਦਾ ਆਸ਼ੀਰਵਾਦ ਹੈਗਾ ਘਰ 'ਤੇ, ਕਿ ਇਸ ਤਰ੍ਹਾਂ ਹੀ ਮਤਲਬ ਮੇਲਾ ਲੱਗਿਆ ਹੁੰਦਾ ਸੈਚਰਡੇ ਸੰਡੇ, ਬੱਚੇ ਆਉਂਦੇ ਆ ਸਾਰੇ, ਉਹ ਮਨੂ ਜੀ ਨੇ ਉਹਨਾਂ ਨੂੰ ਦੇਣੇ ਆ, ਲੈਸਨ ਵੀ ਦੇ ਰਿਹਾ, ਰਿਆਜ਼ ਵੀ ਕਰਵਾ ਰਿਹਾ, ਸਭ ਕੁਝ ਮਤਲਬ ਸਭ ਕੁਝ ਦੇਖ ਸੁਣ ਕੇ ਜਿੰਨਾ ਮੇਰੇ ਤੋਂ ਹੁੰਦਾ ਮੈਂ ਇਹਨਾਂ ਦਾ ਯੋਗਦਾਨ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਇਹਨਾਂ ਨੂੰ ਮੈਂ ਡਿਸਟਰਬ ਨਾ ਕਰਾਂ, ਇਹਨਾਂ ਕਲਾਕਾਰਾਂ ਨੂੰ, ਬਸ ਮੇਰਾ ਹੀ ਇਹ ਯੋਗਦਾਨ ਹੈਗਾ ਇਹਨਾਂ ਦੀ। ਹਾਂਜੀ, ਇਹਨਾਂ ਦੀ ਪ੍ਰਸਿੱਧੀ ਵੇਖ ਕੇ ਜਾਂ ਵੱਡੀਆਂ ਥਾਵਾਂ 'ਤੇ ਵੱਡੀਆਂ ਸਟੇਜਾਂ 'ਤੇ ਹੁੰਦੀਆਂ ਪੇਸ਼ਕਾਰੀਆਂ ਵੇਖ ਕੇ ਚਾਅ 'ਤੇ ਚੜ੍ਹਨਾ ਜਿਹੜਾ ਉਹ ਹੈ ਹੀ ਆ। ਕਦੀ ਮਨ ਦੇ ਵਿੱਚ ਤਾਂ ਉੱਠਦੀ ਆ, ਜਿਸ ਤਰ੍ਹਾਂ ਮਨ ਦੇ ਵਿੱਚ ਕੋਈ ਵੱਡਾ ਹਲੂਣਾ ਵੱਜਦਾ ਕਿ ਮੈਂ ਵੀ ਕਲਾਕਾਰ ਹੁੰਦੀ ਤੇ ਅੱਜ ਮੈਂ ਵੀ ਸਿਖਰਾਂ 'ਤੇ ਹੁੰਦੀ। ਨਹੀਂ, ਮੈਂ ਇਸ ਤਰ੍ਹਾਂ ਦਾ ਨਹੀਂ ਆਉਂਦਾ ਮਨ 'ਚ, ਕਿਉਂਕਿ ਇਹਨਾਂ ਦੇ ਵਿੱਚ ਮੈਨੂੰ ਆਪਣੇ ਰੂਪ ਲੱਗਦਾ, ਕਿਉਂਕਿ ਅਗਰ ਮੇਰੇ ਅੰਦਰ ਸੰਗੀਤ ਨਾ ਹੋਵੇ ਤੇ ਕੋਈ ਸੰਗੀਤ ਕਰ ਨਾ ਪਾਵੇ। ਵੈਸੇ ਮੈਂ ਬਿਲਕੁਲ ਕਿਉਂਕਿ ਮੇਰੇ ਅੰਦਰ ਉਹ ਚੀਜ਼ ਚੱਲਦੀ ਹੈ, ਕਿਉਂਕਿ ਅਸੀਂ ਦੂਸਰੇ ਬੰਦੇ ਨੂੰ ਤਦੇ ਹੀ ਮਤਲਬ ਉਹਦੇ ਨਾਲ ਜੁੜ ਸਕਦੇ ਹਾਂ ਜੇ ਸਾਡੇ ਅੰਦਰ ਉਹਦੇ ਪ੍ਰਤੀ ਭਾਵ ਹੋਊਗਾ। ਤੇ ਮੇਰੇ ਅੰਦਰ ਵੀ ਕਿਤੇ ਨਾ ਕਿਤੇ ਕੁਝ ਚੀਜ਼ ਹੋਣੀ ਹੈ ਜਿਹੜੀ ਸਾਡੇ ਪਿਤਾ ਜੀ ਨੇ ਮਤਲਬ ਮੇਰੇ ਸਸੁਰ ਨੇ ਜਗਾਈ। ਉਹ ਮਾਤਾ ਜੀ ਦਾ ਮੈਂ ਦੇਖਿਆ, ਉਹਨਾਂ ਨੂੰ ਅੱਗੇ ਮਨੂ ਜੀ ਦਾ ਸਾਥ ਦਿਨ ਰਾਤ ਦਾ ਰਿਹਾ ਹੈ, ਉਹ ਫਿਰ ਚੀਜ਼ਾਂ ਚੱਲੀਆਂ। ਤੇ ਇਸ ਤਰ੍ਹਾਂ ਦੀ ਕਦੀ ਮੈਨੂੰ ਲੱਗਿਆ ਨਹੀਂ ਕਿ ਕਾਸ਼ ਮੈਂ ਵੀ ਉਸ ਸਟੇਜ 'ਤੇ ਹੋਵਾਂ। ਇਹ ਲੋਕੀ ਹੁੰਦੇ ਆ, ਮੈਂ ਉੱਥੇ ਹੀ ਹੁੰਦੀ ਹਾਂ। ਉਹਦੇ 'ਚ ਮੈਨੂੰ ਕੋਈ ਉਹ ਨਹੀਂ ਲੱਗਦਾ ਕਿ ਮੈਂ ਉਸ ਸਟੇਜ 'ਤੇ ਪਹੁੰਚਾਂ, ਕਿਉਂਕਿ ਮੈਂ ਜਿੱਥੇ ਹੈਗੀ ਮੈਨੂੰ ਪਤਾ ਮੈਂ ਮੈਂ ਕਿਸ ਤਰੀਕੇ ਦਾ ਮੇਰਾ ਸਾਥ ਹੈਗਾ ਇਹਨਾਂ ਨਾਲ, ਤੇ ਉਹ ਮੈਨੂੰ ਕਦੇ ਇਦਾਂ ਦੀ ਕਮੀ ਨਹੀਂ ਮਹਿਸੂਸ ਹੋਈ, ਇਦਾਂ ਦਾ ਨਹੀਂ ਲੱਗੀ। ਜਿਸ ਪਰਿਵਾਰ ਦੇ ਵਿੱਚ ਨੀਲਮ ਸੈਨ ਵਰਗੇ ਰਹਿੰਦੇ ਹੋਣ, ਖਾਸ ਕਰਕੇ ਕਲਾਕਾਰਾਂ ਦੇ ਪਰਿਵਾਰ 'ਚ, ਤੇ ਉੱਥੇ ਬੁਲੰਦੀਆਂ ਜਿਹੜੀਆਂ ਵਾ ਨਸੀਬ ਹੋਣੀਆਂ ਵਾਜਬ ਨੇ, ਕਿਉਂਕਿ ਆਪਣੇ ਹੀ ਪਤੀ ਦੇ ਵਿੱਚੋਂ, ਆਪਣੇ ਹੀ ਸਹੁਰਾ ਸਾਹਿਬ ਦੇ ਵਿੱਚੋਂ, ਆਪਣੇ ਬੇਟੇ 'ਚੋਂ, ਆਪਣੀ ਬੇਟੀ 'ਚੋਂ ਖੁਦ ਆਪਣੇ ਆਪ ਨੂੰ ਵੇਖਣਾ, ਮੂੰਹੋਂ ਸੁਣ ਲਿਆ ਤੁਸੀਂ, ਤੇ ਉਹ ਇਹ ਚੀਜ਼ ਜਿਹੜੀ ਆ ਬੜੇ ਰੰਗ ਵਿਖਾਉਂਦੀ ਆ। ਔਰ ਮੈਂ ਕਹਿੰਦਾ ਕਿ ਇਹ ਸਾਰਾ ਪਰਿਵਾਰ ਹੀ ਰੰਗਰੇਜ਼ ਜਿਹੜਾ ਵਾ
ਇਸੇ ਤਰ੍ਹਾਂ ਹੀ ਰੰਗ ਕੇ ਰੱਖੇ ਕਿ ਕਲਾ ਦੇ ਨਾਲ ਜੁੜੇ ਰਹਿਣ ਔਰ ਦੇਸ਼ ਦੇ ਵਿੱਚ ਵੱਡੀਆਂ ਪ੍ਰਸਿੱਧੀਆਂ ਪ੍ਰਾਪਤ ਕਰਨ। ਧੰਨਵਾਦ।